ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਪੀਚ ਦਿੱਤੀ ਆ ਆਪਣੀ, ਉਹਦੇ ਸਪੀਚ ਤੋਂ ਮੁੱਢਲੇ ਅਰਥ ਕੀ ਕੱਢਦੇ ਹੋ? ਅਸੀਂ ਤੈਨੂੰ ਇਸ ਸਾਫ਼ ਲਫ਼ਜ਼ਾਂ ਦੇ ਵਿੱਚ ਦੱਸਣਾ ਚਾਹੁੰਦੇ ਹਾਂ, ਹਰਪ੍ਰੀਤ ਸਿੰਘ ਜੀ ਹੈਪੀ, ਜਥੇਦਾਰੀ ਦੇ ਤੂੰ ਲੈ ਕੇ ਨਹੀਂ, ਤੈਨੂੰ ਜਥੇਦਾਰ ਅਸੀਂ ਲਾਉਂਦੇ ਹੀ ਨਹੀਂ ਹੈਗੇ, ਕਿਉਂਕਿ ਜਥੇਦਾਰ ਦੇ ਲੈ ਕੇ ਨਹੀਂ, ਉਹਦਾ ਤੂੰ ਇੱਕ ਬਾਦਲਾਂ ਦਾ ਚਾਪਲੂਸ ਬੰਦਾ ਆ, ਉਹਨਾਂ ਨੇ ਤੈਨੂੰ ਲਾਇਆ ਹੋਇਆ ਆ, ਇਸ ਕਰਕੇ ਤੈਨੂੰ ਜਥੇਦਾਰ ਨਹੀਂ ਕਹਿੰਦੇ। ਜਥੇਦਾਰ ਦੀ ਉਪਾਧੀ ਦਾ ਸਤਿਕਾਰ ਆ, ਘੱਟੋ ਘੱਟ ਉਹ ਜ਼ਰੂਰ ਦੇਣਾ ਚਾਹੀਦਾ, ਠੀਕ ਹੈ। ਜਿਹੜੇ ਮਤਲਬ ਸਿਆਸੀ ਬੰਦਿਆਂ ਦੀ ਜੇਬਾਂ ਦੇ ਵਿੱਚੋਂ ਨਿਕਲੇ ਹੋਏ ਨੇ, ਉਹਨਾਂ ਦਾ ਸਤਿਕਾਰ ਕਿੱਦਾਂ ਕਰ ਦਈਏ? PhD ਜਿਹੜਾ ਆਪਣੇ ਆਪ ਜਥੇਦਾਰ ਤਾਂ ਅਸੀਂ ਕਹਿੰਦੇ ਨਹੀਂ ਵੀ ਜਿਹੜਾ PhD ਸਾਹਿਬ ਆ, ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਅੱਜ ਤੱਕ ਕੋਈ ਕੌਮ ਦਾ ਸਵਾਰਿਆ, ਤੇ ਤੁਸੀਂ ਉਦਾਂ ਹੀ ਆਪਣੇ ਆਪ ਨੂੰ ਕਾਲੀ ਫੂਲਾ ਸਿੰਘ ਬਣੀ ਫਿਰਦੇ ਹੋ। ਕੌਮ ਸਭ ਜਾਣਦੀ ਆ ਤੁਹਾਡਾ। ਪ੍ਰਕਾਸ਼ ਚੰਦ ਬਾਦਲ ਨੇ ਆਪਣੀ ਇੱਕ ਅਕਾਲੀ ਦਲ ਨੂੰ ਆਪਣੀ ਮੁੱਠੀ 'ਚ ਕਰ ਲਿਆ, ਆਪਣੀ ਕੰਪਨੀ ਬਣਾ ਲਿਆ। ਐਦਾਂ ਹੀ ਤੁਸੀਂ ਗੁਰਦੁਆਰਿਆਂ ਨੂੰ ਕੰਪਨੀ ਬਣਾ ਲਿਆ। ਜਦੋਂ ਜਥੇਦਾਰ ਰਣਜੀਤ ਸਿੰਘ ਨੇ ਉੱਥੇ ਜਾ ਕੇ ਤੁਹਾਨੂੰ ਚੈਲੰਜ ਕਰਿਆ, ਤੁਹਾਨੂੰ ਪੁੱਛਿਆ ਸੰਗਤ ਦੇ ਸਾਹਮਣੇ ਆਉਂਦੇ, ਉਹਦੇ ਤੁਸੀਂ ਲੁਧਿਆਣੇ ਆ ਕੇ ਹਰਪ੍ਰੀਤ ਸਿੰਘ ਜੀ ਇੱਥੇ ਤੁਰੇ ਫਿਰਦੇ ਸੀਗੇ। ਉਹ ਤਾਂ ਕਹਿੰਦੇ ਆ ਕਿ ਪੁੱਛਣ ਦਾ ਢੰਗ ਤਰੀਕਾ ਗਲਤ ਹੈ, ਪੁੱਛਣ ਦਾ ਢੰਗ ਤਰੀਕਾ ਸਹੀ ਨਹੀਂ ਹੈਗਾ। ਇਹ ਕਾਲੀ ਥੋੜੀ ਨੇ, ਅਸੀਂ ਇਹਨਾਂ ਨੂੰ ਕਾਲੀ ਕਾਹਦੇ ਕਹਾਂਗੇ? ਇਹ ਇੱਕ ਬਾਦਲੈਂਡ ਪਾਰਟੀ ਆ ਬਈ ਬੱਚਾ ਚਾਹੁੰਦਾ ਵਾ ਖਾਲਿਸਤਾਨ, ਫਿਰ ਖੋਲ ਦਫ਼ਤਰ ਉੱਥੇ ਖਾਲਿਸਤਾਨ ਦੇ ਨਾਂ ਦਾ ਕਿਉਂ ਨਹੀਂ ਖੋਲਦਾ? ਉਹਨਾਂ ਦਾ ਬਿਆਨ ਵੀ ਦਿੱਤਾ ਸੀ ਨਾ ਪਿੱਛੇ, ਜੇ ਉਹਨਾਂ ਨੇ ਕਿਹਾ ਸੀਗਾ ਖਾਲਿਸਤਾਨ ਬਣਨਾ ਚਾਹੀਦਾ, ਉਹਨਾਂ ਦਾ ਹਮਾਇਤ ਦੇ ਵਿੱਚ ਬਿਆਨ ਦਿੱਤਾ। ਮੈਂ ਤਾਂ ਤੁਹਾਨੂੰ ਤਾਂ ਹੀ ਤਾਂ ਕਹਿੰਦਾ ਵੀ ਬਣਨਾ ਚਾਹੀਦਾ, ਤੇ ਗੋਲਕਾ ਤੁਹਾਡੇ ਕੋਲੇ, ਕਬਜ਼ਾ ਤੁਹਾਡੇ ਕੋਲੇ, ਬਣਾਉਣਾ ਕੀ ਨਹੀਂ ਖਾਲਿਸਤਾਨ? ਵਿਦੇਸ਼ਾਂ ਦੇ ਵਿੱਚ ਸੰਗਤ ਪੱਬਾਂ ਭਾਰ ਹੋਈ ਹੋਈ ਆ, ਤੁਸੀਂ ਬਾਹਰ ਤਾਂ ਨਿਕਲੋ। ਤੁਹਾਡੇ ਸਾਹਮਣੇ ਸ਼ਰੇਆਮ ਨਸ਼ਾ ਤਸਕਰੀ ਦੇ ਵਿੱਚ ਘਾਲੇ ਦਾ ਨਾਂ ਆਂਦਾ, 5 ਕਿਲੋ ਪੇਪਰਾਂ ਦੇ ਵਿੱਚ ਫੋਟੋਆਂ ਲੱਗ ਜਾਂਦੀਆਂ ਨੇ। ਉਹ ਤੁਹਾਡੀ ਡਾਂਗ ਕਿੱਥੇ ਚਲੇ ਗਈ? PhD ਕਿੱਥੇ ਗਿਆ ਬਈ? ਉੱਥੇ ਡਾਂਗ ਨਹੀਂ ਚੱਲੀ ਤੇਰੇ ਕੋਲੋਂ। ਉਹ ਤੁਹਾਨੂੰ ਸ਼ਰਮ ਕਰੋ, ਤੁਹਾਨੂੰ ਲੋਕ ਲਾਹਨਤਾਂ ਪਾਉਂਦੇ ਆ। ਤੁਹਾਡੀ ਸਪੀਚ ਤੇ ਤੁਸੀਂ ਸੁਣ ਕੇ ਵੇਖੋ ਤੁਹਾਡਾ ਹਾਲ ਕੀ ਆ, ਵੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ। 25 ਸਾਲਾਂ ਦੇ ਵਿੱਚ ਇੱਥੇ ਆ ਦੁੱਖ ਨਿਵਾਰਨ ਤੇ ਕਬਜ਼ਾ ਕਰੀ ਬੈਠੇ ਨੇ ਲੋਕ। ਇੱਕੋ ਹੀ ਪ੍ਰਧਾਨ ਬਣ ਰਿਹਾ ਤੇ ਦੂਜਾ ਪ੍ਰਧਾਨ ਨਹੀਂ ਬਣਦਾ। ਤੁਹਾਡੇ ਤਾਂ ਕਬਜ਼ੇ ਕਰੇ ਹੋਏ ਨੇ। ਔਰ ਉਹਦੇ ਨਾਲ ਕਿਤੇ ਨਾ ਕਿਤੇ ਜਦੋਂ ਬਿਆਨਬਾਜ਼ੀ ਇੱਕ ਦੂਜੇ ਦੇ ਵਿਰੁੱਧ ਹੁੰਦੀ ਹੈ, ਕਿਤੇ ਨਾ ਕਿਤੇ ਕੌਮ ਦਾ ਜਲੂਸ ਤਾਂ ਨਿਕਲਦਾ ਹੈ ਨਾ। ਹੁਣ ਜਦੋਂ ਅਸੀਂ ਕਹਿੰਦੇ ਵੀ ਮਾਂ ਪੁੱਤ ਦਾ ਰਿਸ਼ਤਾ ਆ, ਤੇ ਜਦੋਂ ਪੁੱਤ ਗੋਲੀਆਂ ਮਾਰ ਆਰਡਰ ਦੇ ਰਿਹਾ ਸੀਗਾ ਸਿੰਘਾਂ ਤੇ ਬੈਠਿਆਂ ਨੂੰ ਬਗਰਾੜੀ ਦੇ ਵਿੱਚ, ਤੇ ਉਦੋਂ ਮਾਂ ਕਿਉਂ ਨਹੀਂ ਬੋਲੀ? ਕੇਂਦਰ ਦੇ ਨਾਲ ਮਤਲਬ ਰੱਖਦੇ ਨਹੀਂ ਇਹ ਸਾਂਝ, ਤੇ ਫਿਰ ਤੁਸੀਂ ਨੰਗੇ ਚੱਟੇ ਹੋ ਕੇ ਕਿਉਂ ਨਹੀਂ ਖੜਦੇ ਕਿਸਾਨਾਂ ਦੇ ਨਾਲ? ਕਿਉਂ ਤੁਸੀਂ ਕਹਿੰਦੇ ਨਹੀਂ? ਤੁਸੀਂ ਬਿਆਨ ਹੀ ਦੇ ਰਹੇ ਹੋ ਨਾ ਸਿਰਫ। ਉਦੋਂ ਤੁਹਾਡੀ ਟਾਸਕ ਫੋਰਸ ਕਿੱਥੇ ਚਲੇ ਜਾਂਦੀ ਆ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ STV ਪੰਜਾਬ ਤੇ ਮੈਂ ਸਨੀ ਸੁਜਾਪੁਰ ਤੁਹਾਡਾ ਸਵਾਗਤ ਕਰਦਾ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਵਰ੍ਹੇ ਪੂਰੇ ਹੋ ਗਏ ਨੇ, ਔਰ ਇਸ ਵੇਲੇ ਸ਼ਤਾਬਦੀ ਸਮਾਗਮ ਬੀਤੇ ਦਿਨੀ ਲੰਘ ਕੇ ਗਏ ਨੇ ਉਹਨਾਂ ਦੇ। ਔਰ ਉੱਥੇ ਜਿਹੜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਪੀਚ ਦਿੱਤੀ ਹੈ, ਉਹਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਅੱਜ ਅਸੀਂ ਪਹੁੰਚਿਆ ਲੁਧਿਆਣਾ ਦੇ ਵਿੱਚ ਸਾਡੇ ਨਾਲ ਨੌਜਵਾਨ ਆਗੂ ਵਿਸਾਖਾ ਸਿੰਘ ਮੌਜੂਦ ਨੇ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਧਰਮ ਪ੍ਰਚਾਰ ਲਹਿਰ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਿਸਾਖਾ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ STV ਪੰਜਾਬ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨੀ ਤੁਸੀਂ ਵੀ ਸਪੀਚ ਸੁਣੀ ਆ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਸਪੀਚ ਦਿੱਤੀ ਆ। ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਦੇ 100 ਵਰ੍ਹੇ ਪੂਰੇ ਹੋ ਗਏ ਨੇ, ਤੇ ਤੁਸੀਂ ਕੀ ਮੰਨਦੇ? ਸ਼੍ਰੋਮਣੀ ਕਮੇਟੀ ਦੇ 100 ਵਰ੍ਹੇ ਪੂਰੇ ਹੋਣ ਦਾ ਮਤਲਬ ਤੁਸੀਂ ਵੀ ਜਾਣਦੇ ਹੋ ਤੇ ਸਾਰੀ ਸੰਗਤ ਵੀ ਜਾਣਦੀ ਆ ਵੀ ਜੋ ਅੱਜ ਦੇ ਹਾਲਾਤ ਨੇ, ਤੇ ਜਿਹੜੀ ਸ਼੍ਰੋਮਣੀ ਕਮੇਟੀ ਲਛਮਣ ਸਿੰਘ ਧਾਗੂਵਾਲ ਦੇ ਖੂਨ ਦੇ ਨਾਲ ਸਿੰਚੀ ਹੋਈ ਤੇ ਨਰੈਣੂ ਮਹੰਤ ਤੋਂ ਯਾਦ ਕਰਾਇਆ, ਤੇ ਅੱਜ ਉਸੇ ਸਥਾਨ ਤੇ ਅਸੀਂ ਦੁਬਾਰਾ ਖੜੇ ਆ। ਅੱਜ ਉਹੀ ਨਰੈਣੂ ਮਹੰਤ ਦੀਆਂ ਜਿਹੜੀਆਂ ਰੂਹਾਂ ਨੇ, ਉਹੀ ਦੁਬਾਰਾ ਤੋਂ ਇਤਿਹਾਸ ਉੱਥੇ ਆ ਕੇ ਜ਼ੀਰੋ ਤੇ ਆ ਕੇ ਫੇਰ ਖੜ ਚੁੱਕਿਆ ਆ। ਅੱਜ ਸਿੱਖਾਂ ਦਾ ਅਹਿਦ ਆ, ਤੇ ਅੱਜ ਉਹ ਇਕੱਠੇ ਹੋ ਜਾਂਦੇ ਆ ਤਾਂ ਅਸੀਂ ਉਹ ਇਤਿਹਾਸ ਨੂੰ ਜਿੰਦਾ ਰੱਖ ਸਕਦੇ ਆ ਜਿਹੜਾ ਲਛਮਣ ਸਿੰਘ ਧਾਰੂਵਾਲ ਤੇ ਉਹਨਾਂ ਨੇ ਸਿਰਜਿਆ ਸੀਗਾ। ਉਹ ਦੁਬਾਰਾ ਉਹਦੀ ਲੋੜ ਆ। ਕੀ ਲੱਗਦਾ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਪੀਚ ਦਿੱਤੀ ਆ ਆਪਣੀ, ਉਹਦੇ ਸਪੀਚ ਤੋਂ ਮੁੱਢਲੇ ਅਰਥ ਕੀ ਕੱਢਦੇ ਹੋ? ਹਰਪ੍ਰੀਤ ਸਿੰਘ ਹੈਪੀ, ਉਹਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਨਾ ਤਾਂ ਜਿਹੜੇ ਸਿੱਖ ਆ ਤੇਰੇ ਆ, ਨਾ ਤੇਰੇ ਜਿਹੜਾ ਸੁਖਬੀਰ ਚੰਦ ਬਾਦਲ ਆ ਉਹਦੇ ਆ। ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੇ, ਸਿੱਖ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਉਹਨਾਂ ਦੇ। ਤੁਸੀਂ ਅੱਜ ਆਪਣੀ ਸਪੀਚ ਦੇ ਵਿੱਚੋਂ ਬੋਲਦੇ ਹੋ ਕਿ ਅਸੀਂ ਆਵਾਜ਼ ਮਾਰਾਂਗੇ, ਤੁਸੀਂ ਆ ਜਿਓ।
ਅਸੀਂ ਤੈਨੂੰ ਇਸ ਸਾਫ਼ ਲਫ਼ਜ਼ਾਂ ਦੇ ਵਿੱਚ ਦੱਸਣਾ ਚਾਹੁੰਦੇ ਹਾਂ, ਹਰਪ੍ਰੀਤ ਸਿੰਘ ਜੀ ਹੈਪੀ, ਜਥੇਦਾਰੀ ਦੇ ਤੂੰ ਲੈ ਕੇ ਨਹੀਂ, ਤੈਨੂੰ ਜਥੇਦਾਰ ਅਸੀਂ ਲਾਉਂਦੇ ਹੀ ਨਹੀਂ ਹੈਗੇ, ਕਿਉਂਕਿ ਜਥੇਦਾਰ ਦੇ ਲੈ ਕੇ ਨਹੀਂ, ਉਹ ਤਾਂ ਤੂੰ ਇੱਕ ਬਾਦਲਾਂ ਦਾ ਚਾਪਲੂਸ ਬੰਦਾ ਆ, ਉਹਨਾਂ ਨੇ ਤੈਨੂੰ ਲਾਇਆ ਹੋਇਆ ਆ, ਇਸ ਕਰਕੇ ਤੈਨੂੰ ਅਸੀਂ ਜਥੇਦਾਰ ਨਹੀਂ ਕਹਿੰਦੇ। ਨਹੀਂ, ਪਰ ਇਹ ਵੀ ਪੰਥਕ ਸਫ਼ਿਆਂ ਦੇ ਵਿੱਚ ਕੁਝ ਸੂਝਵਾਨ ਆਗੂ, ਸੂਝਵਾਨ ਬੰਦੇ ਇਹ ਵੀ ਗੱਲ ਕਰਦੇ ਆ ਕਿ ਜਿਹੜੀ ਸਤਿਕਾਰ ਆ, ਜਿਹੜਾ ਜਥੇਦਾਰ ਦੀ ਉਪਾਧੀ ਦਾ ਸਤਿਕਾਰ ਆ, ਘੱਟੋ ਘੱਟ ਉਹ ਜ਼ਰੂਰ ਦੇਣਾ ਚਾਹੀਦਾ। ਠੀਕ ਹੈ, ਉੱਥੇ ਜਿਹੜੇ ਜਥੇਦਾਰ ਹੁਣ ਬੈਠੇ ਨੇ ਉਹਨਾਂ ਦੇ ਨਾਲ ਮਤਭੇਦ ਹੋ ਸਕਦੇ ਨੇ ਤੁਹਾਡੇ, ਪਰ ਇੱਕ ਜਿਹੜਾ ਅਹੁਦਾ ਵਾ, ਸਤਿਕਾਰਤ ਅਹੁਦਾ ਵਾ, ਉਹਨੂੰ ਸਤਿਕਾਰ ਦੇਣਾ ਚਾਹੀਦਾ। ਤੁਸੀਂ ਨਹੀਂ ਮੰਨਦੇ? ਨਹੀਂ, ਬਿਲਕੁਲ। ਦੇਖੋ ਜੀ, ਜਿਨ੍ਹਾਂ ਨੇ ਸਤਿਕਾਰ ਕਰਿਆ ਉਹਨਾਂ ਦਾ ਸਤਿਕਾਰ ਹੋ ਸਕਦਾ ਆ। ਜੇ ਆਪਾਂ ਹੁਣ ਕਹੀਏ ਵੀ ਜਿਹੜੇ ਮਤਲਬ ਸਿਆਸੀ ਬੰਦਿਆਂ ਦੀ ਜੇਬਾਂ ਦੇ ਵਿੱਚੋਂ ਨਿਕਲੇ ਹੋਏ ਨੇ, ਉਹਨਾਂ ਦਾ ਸਤਿਕਾਰ ਕਿੱਦਾਂ ਕਰ ਦਈਏ? ਜੇ ਅਸੀਂ ਫੁੱਲ ਨੂੰ ਫੁੱਲ ਕਹਿ ਦੇ ਸਕਦੇ ਹਾਂ, ਜੇ ਅਸੀਂ ਫੁੱਲ ਨੂੰ ਕੰਡਾ ਕਿੱਦਾਂ ਕਹਿ ਦਈਏ? ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜਥੇਦਾਰ PhD, ਜਿਹੜਾ ਆਪਣੇ ਆਪ ਜਥੇਦਾਰ ਤਾਂ ਅਸੀਂ ਕਹਿੰਦੇ ਨਹੀਂ, ਵੀ ਜਿਹੜਾ PhD ਸਾਹਿਬ ਆ, ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਅੱਜ ਤੱਕ ਕੋਈ ਕੌਮ ਦਾ ਸਵਾਰਿਆ? ਜਿੱਦਣ ਦੀ ਤੁਸੀਂ ਉਪਾਧੀ ਲਿੱਤੀ ਆ, ਤੁਸੀਂ ਉਸ ਸਾਡੀ ਸੰਸਥਾ ਤੇ ਜਿੱਥੇ ਅਕਾਲੀ ਫੂਲਾ ਸਿੰਘ ਦੀ ਜਿੱਥੇ ਪਦਵੀ ਆ, ਜਿੱਥੇ ਤੁਸੀਂ ਬੈਠੇ ਹੋ, ਤੁਸੀਂ ਉਹਨਾਂ ਦਾ ਕਦੇ ਨਿਰਣੇ ਲਿੱਤਾ? ਉਸ ਸਥਾਨ ਤੇ ਤੁਸੀਂ ਬੈਠੇ ਹੋ, ਤੁਸੀਂ ਕਦੇ ਉਸ ਦਾ ਫੈਸਲਾ ਲਿੱਤਾ? ਤੇ ਤੁਸੀਂ ਗੱਲਾਂ ਕਰਦੇ ਹੋ ਉਸ ਬੰਦੇ ਦੇ ਨਾਲ ਦੀਆਂ ਵੀ ਅਸੀਂ ਜੀ ਸ਼ੇਰ ਦਾ ਅਖੇ, ਉਹ ਸਪੀਚ ਦੇ ਵਿੱਚ ਬੋਲਦੇ ਨੇ ਅਖੇ ਜਿਹੜਾ ਸ਼ੇਰ ਹੁੰਦਾ ਆ ਉਹ ਉਸ ਨੂੰ ਫੜਦਾ ਆ, ਜਿਹੜਾ ਉਸ ਤੇ ਵਾਰ ਕਰਦਾ ਆ, ਜਿਹੜਾ ਕੁੱਤਾ ਹੁੰਦਾ ਡਾਂਗ ਨੂੰ ਫੜਦਾ। ਉਹ ਤੈਨੂੰ ਦੱਸ ਦੇਣਾ ਚਾਹੁੰਦੇ ਆ ਵੀ ਸ਼ੇਰ ਦੀ ਦਹਾੜ ਮਾਰੀ ਸੀ ਜਦੋਂ ਨਿਰੰਕਾਰੀਏ ਨੇ ਪੱਗ ਲਾਈ ਸੀ ਸਿੱਖਾਂ ਦੀ, ਉਹਦੇ ਘੁਰਨੇ ਦੇ ਵਿੱਚ ਘੁੱਸ ਕੇ ਗੋਲੀ ਮਾਰੀ ਸੀ ਕਿਸੇ ਦਲੇਰ ਮਰਦ ਨੇ। ਉਹਨਾਂ ਲੋਕਾਂ ਦਾ ਸਤਿਕਾਰ ਆ ਜਿੱਥੇ ਮਤਲਬ ਤੁਹਾਡੇ ਲੋਕਾਂ ਦਾ ਕਾਹਦਾ ਸਤਿਕਾਰ ਕਰ ਲਈਏ ਵੀ ਅਸੀਂ? ਤੇ ਤੁਸੀਂ ਉਦਾਂ ਹੀ ਆਪਣੇ ਆਪ ਨੂੰ ਅਕਾਲੀ ਫੂਲਾ ਸਿੰਘ ਬਣੀ ਫਿਰਦੇ ਹੋ। ਕੌਮ ਸਭ ਜਾਣਦੀ ਆ ਤੁਹਾਡਾ। ਅੰਦਰੂਨੀ ਕਾਰਨ ਕੀ ਮੰਨਦੇ ਹੋ ਤੁਸੀਂ? ਮਤਭੇਦ ਰੱਖਦੇ ਹੋ? ਤੁਹਾਡੇ ਵਾਂਗੂ ਹੋਰ ਵੀ ਕਈ ਨੌਜਵਾਨ ਨੇ ਜਿਹੜੇ ਕਿਤੇ ਨਾ ਕਿਤੇ ਜਿਹੜੇ ਹੁਣ ਗਿਆਨੀ ਹਰਪ੍ਰੀਤ ਸਿੰਘ ਹੈਗੇ ਆ ਜਥੇਦਾਰ ਦੀ ਉਪਾਧੀ ਦੇ ਉੱਤੇ, ਉਹਨਾਂ ਦਾ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ, ਜਿੱਦਾਂ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ, ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਨੇ। ਕਿਉਂ ਨਹੀਂ ਮੰਨ ਰਹੇ? ਕੀ ਕਾਰਨ ਕੀ ਨੇ ਪਿੱਛੇ? ਕਾਰਨ ਤੁਸੀਂ ਸਾਫ਼, ਤੁਹਾਨੂੰ ਪਤਾ ਵੀ ਜਿੱਦਣ ਦੇ ਤੁਸੀਂ ਇੱਥੇ ਜਥੇਦਾਰੀ ਦੀ ਉਪਾਧੀ ਤੇ ਬੈਠੇ ਹੋ, ਜਿਹੜੇ ਸਿੱਖਾਂ ਦੇ ਮੇਨ ਜਿਹੜੀ ਮਤਲਬ ਇੱਕ ਬਾੜ ਹੁੰਦੀ ਆ, ਇੱਕ ਸ਼੍ਰੋਮਣੀ ਸਾਡੀ ਸੰਸਥਾ ਆ, ਤੁਸੀਂ ਉਹ ਤੇ ਕਾਬਜ ਹੋ, ਤੁਸੀਂ ਨਿਰਣੇ ਲੈਣੇ ਆ। ਤੁਹਾਡੇ ਤਾਂ ਝੂਠ ਦੇ ਪਲੰਦੇ ਆ। ਤੁਹਾਡਾ ਜਿਹੜਾ ਤੁਹਾਡਾ ਗੋਬਿੰਦ ਸਿੰਘ ਲੰਬੋਵਾਲਾ ਜਿਹੜਾ, ਉਹ ਸਾਡੇ ਉੱਥੇ ਆ ਕੇ ਲੁਧਿਆਣੇ ਆਪਣੀ ਇੱਕ ਗੁਰਦੁਆਰਾ ਜਿਹੜਾ ਨਵਾਂ ਉਦਘਾਟਨ ਕਰਕੇ ਜਾਂਦਾ, ਇੱਕ ਨਵੀਂ ਫੈਕਟਰੀ ਦਾ ਉਦਘਾਟਨ ਕਰਦਾ। ਅਸੀਂ ਫੈਕਟਰੀ ਕਹਿੰਦੇ ਕਿਉਂਕਿ ਤੁਸੀਂ ਫੈਕਟਰੀਆਂ ਬਣਾਈਆਂ ਹੋਈਆਂ ਨੇ, ਕਿਉਂਕਿ ਸੰਸਥਾ ਨੂੰ ਤੁਸੀਂ ਇੱਕ ਕੰਪਨੀ ਦੇ ਵਿੱਚ ਬਦਲ ਲਿਆ। ਜਿੱਦਾਂ ਸੁਖਬੀਰ ਪ੍ਰਕਾਸ਼ ਚੰਦ ਬਾਦਲ ਨੇ ਆਪਣੀ ਇੱਕ ਅਕਾਲੀ ਦਲ ਨੂੰ ਆਪਣੀ ਮੁੱਠੀ 'ਚ ਕਰ ਲਿਆ, ਇੱਕ ਆਪਣੀ ਕੰਪਨੀ ਬਣਾ ਲਿਆ, ਐਦਾਂ ਹੀ ਤੁਸੀਂ ਗੁਰਦੁਆਰਿਆਂ ਨੂੰ ਕੰਪਨੀ ਬਣਾ ਲਿਆ। ਉਹ ਬੰਦਾ ਸਾਡੇ ਕੋਲ ਉੱਥੇ ਬੋਲਦਾ ਆ ਕਿ ਅਸੀਂ 27 ਬੰਦੇ ਬੇਅਦਬੀ ਦੇ ਵਿੱਚ ਅਸੀਂ ਦੋਸ਼ੀ ਪਾਏ ਨੇ, ਉਹਨਾਂ ਨੂੰ ਅਸੀਂ ਪੁਲਿਸ ਦੇ ਤਹਿਤ ਸਜ਼ਾ ਦੇਵਾਂਗੇ। ਠੀਕ ਆ, ਤੇ ਉਸ ਤੋਂ ਬਾਅਦ ਆ ਕੇ ਜਦੋਂ ਤੁਹਾਨੂੰ ਬਾਦਲ ਸਾਹਿਬ ਘੁਰਕੀ ਮਾਰ ਦਿੰਦੇ ਨੇ, ਉਦੋਂ ਬਾਅਦ ਤੁਸੀਂ ਕਹਿੰਦੇ ਨਹੀਂ ਜੀ ਇਹਨਾਂ ਨੂੰ ਅਸੀਂ ਸਜ਼ਾ ਨਹੀਂ, ਅਸੀਂ ਪੁਲਿਸ ਨਹੀਂ ਸਜ਼ਾ ਦਊਗੀ, ਇਹਨਾਂ ਨੂੰ ਅਸੀਂ ਉਹ ਸਜ਼ਾ ਦੇਵਾਂਗੇ। ਇੱਕ ਬੰਦਾ ਬੇਅਦਬੀ ਕਰਦਾ ਫਤਿਹਗੜ੍ਹ ਸਾਹਿਬ ਦੇ ਵਿੱਚ, ਉਸ ਬੰਦੇ ਦੇ ਤੁਸੀਂ ਯੂਪੀ ਲਵਾਉਂਦੇ ਹੋ। ਤੇ ਤੁਸੀਂ ਗਵਰਨਰ ਕਰਿਆ, ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਵਨ ਹੋ ਗਏ, 425 ਸਰੂਪ ਕੈਨੇਡਾ ਦੇ ਵਿੱਚ ਹੋ ਗਏ, ਉੱਥੇ ਚਿੱਪ ਚਲੇ ਜਾਂਦੀ ਆ। 7.5 ਕੁਇੰਟਲ ਦਾ ਸਰੂਪ ਤਿਆਰ ਹੋ ਜਾਂਦਾ ਵਾ ਮਲੇਸ਼ੀਆ ਦੇ ਵਿੱਚ। ਕੀ ਇਹ ਮੂਰਤੀ ਨਹੀਂ ਹੈ? ਉਹ ਤਾਂ ਕਹਿ ਰਹੇ ਆ ਨਾ ਕਿ ਉਹਨਾਂ ਦੀ ਕੱਲ੍ਹ ਦੀ ਜਿਵੇਂ ਸਪੀਚ ਆਪਾਂ ਸੁਣਦੇ ਹਾਂ ਤਾਂ ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਰਿਪੋਰਟ ਜਿਹੜੀ ਕਮੇਟੀ ਬਣਾਈ ਸੀ ਉਹਨੇ ਰਿਪੋਰਟ ਨਸ਼ਰ ਕੀਤੀ ਆ, ਉਹਦੇ ਬਿਹਾਫ ਦੇ ਉੱਤੇ ਜਿਹੜੇ ਮੁਲਾਜ਼ਮ ਸੀ, ਦੋਸ਼ੀ ਸੀ, ਇਹ ਕਰਪਸ਼ਨ ਦਾ ਮਾਮਲਾ ਹੈ ਤੇ ਇਹਦੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਬਣਦੀ ਦਿੱਤੀ ਗਈ ਹੈ। ਨਹੀਂ, ਇੱਕ ਉਹ ਵੀ ਤਾਂ ਦੋਸ਼ੀ ਨੇ ਨਾ ਫਿਰ, ਜਿਨ੍ਹਾਂ ਨੇ ਬੇਅਦਬੀ ਕਰੀ ਆ। ਤੇ ਬੇਅਦਬੀ ਗਵਨ ਦੇ ਵਿੱਚ ਕੀ ਬੇਅਦਬੀ, ਇਹਦੂ ਪਰੇ ਕੀ ਆਪਾਂ ਕਹਿ ਦਈਏ ਵੀ ਗਵਨ ਹੀ ਕਰ ਦੇਣਾ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਇਦੋਂ ਵੱਡੀ ਬੇਅਦਬੀ ਹੋ ਸਕਦੀ ਆ। ਉਹ ਇੱਕ ਤਾਂ ਅਸੀਂ ਗੁਰੂ ਸਾਹਿਬ ਦੇ ਕੰਗ ਪਾੜੇ, ਇੱਕ ਅਸੀਂ ਕਹਿੰਦੇ ਵੀ ਅਸੀਂ 328 ਸਰੂਪਾਂ ਦੇ ਵਿੱਚ ਹੈ ਤਾਂ ਹੁਣ ਆਪਣੇ ਮੂੰਹੋਂ ਤਾਂ ਮੰਨਦੇ ਆ ਵੀ ਗਵਨ ਹੋਇਆ, ਦੋਸ਼ੀ ਪਾਏ ਗਏ ਨੇ, ਪੈਸਾ ਖਾਦਾ ਉਹਨਾਂ ਨੇ। ਫਿਰ ਜਿਹੜਾ ਸਾਡਾ ਕੀਮਤੀ ਜਿਹੜਾ ਖਜ਼ਾਨਾ ਸੀਗਾ ਵਡਮੁੱਲਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਗੁਰੂ ਪਾਤਸ਼ਾਹ ਦੇ ਹੱਥਾਂ ਦੀਆਂ ਸੈਨਾ ਵਾਲੇ ਜਿਹੜੇ ਸੀਗੇ ਹੁਕਮਨਾਮੇ, ਉਹ ਸਾਰੇ ਸਰਕਾਰ ਨੇ ਚੁੱਕ ਲਏ 84 ਤੋਂ ਬਾਅਦ। ਉਹ ਤੁਸੀਂ ਸਾਰੇ ਸਰਕਾਰ ਕਹਿੰਦੀ ਅਸੀਂ ਤੁਹਾਨੂੰ ਵਾਪਸ ਕਰਦੇ, ਸਾਡੇ ਕੋਲ ਰਿਪੋਰਟਾਂ ਪਈਆਂ ਨੇ, ਉਹ ਤੁਸੀਂ ਗਵਨ ਕਰਤੇ, ਡਾਲਰਾਂ ਦੇ ਵੇਚਦੇ ਤੁਸੀਂ ਲੋਕਾਂ ਨੂੰ। ਉਹ ਤਾਂ ਤੁਹਾਡੇ ਕੋਲ ਹਿਸਾਬ ਪੁੱਛਿਆ ਜਾ ਰਿਹਾ। ਜੇ ਤੁਸੀਂ ਐਡੇ ਚੰਗੇ ਸੀਗੇ, ਜਦੋਂ ਜਥੇਦਾਰ ਰਣਜੀਤ ਸਿੰਘ ਨੇ ਉੱਥੇ ਜਾ ਕੇ ਤੁਹਾਨੂੰ ਚੈਲੰਜ ਕਰਿਆ, ਤੁਹਾਨੂੰ ਪੁੱਛਿਆ, ਸੰਗਤ ਦੇ ਸਾਹਮਣੇ ਆਉਂਦੇ, ਉਹਦੇ ਤੁਸੀਂ ਲੁਧਿਆਣੇ ਆ ਕੇ ਹਰਪ੍ਰੀਤ ਸਿੰਘ ਜੀ ਇੱਥੇ ਤੁਰੇ ਫਿਰਦੇ ਸੀਗੇ ਨਾ। ਉਹ ਤਾਂ ਕਹਿੰਦੇ ਆ ਕਿ ਪੁੱਛਣ ਦਾ ਢੰਗ ਤਰੀਕਾ ਗਲਤ ਹੈ, ਪੁੱਛਣ ਦਾ ਢੰਗ ਤਰੀਕਾ ਸਹੀ ਨਹੀਂ ਹੈਗਾ। ਜੇ ਸਹੀ ਢੰਗ ਤਰੀਕੇ ਦੇ ਨਾਲ ਸਾਤੋਂ ਪੁੱਛਿਆ ਜਾਵੇ ਅਸੀਂ ਜਵਾਬ ਦੇਣ ਨੂੰ ਤਿਆਰ ਹਾਂ। ਨਹੀਂ, ਸਹੀ ਤਰੀਕਾ ਤੁਸੀਂ ਦੱਸਦੇ ਹੋ ਤਾਂ ਤੁਹਾਨੂੰ ਕਹਿੰਦੇ ਆ ਵੀ ਮੈਨੂੰ ਬੁਲਾਓ। ਉਹਨਾਂ ਨੇ ਤਾਂ ਪਹਿਲਾਂ ਵੀ ਕਿਹਾ ਹੋਇਆ ਵਾ ਵੀ ਤੁਸੀਂ ਉੱਥੇ ਆਓ,
ਤਾਂ ਆਪਾਂ ਸਾਨੂੰ ਬੁਲਾਓ। ਤੁਸੀਂ ਕਿਹੜੀ ਉਹਦੇ ਵਿੱਚ ਕਤਰਦਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੁਲਾਉਂਦੇ ਹੋ, ਤੁਸੀਂ ਕਿਉਂ ਨਹੀਂ ਬੁਲਾਉਂਦੇ? ਜਦੋਂ ਤੁਸੀਂ ਉੱਥੇ ਗੱਲਬਾਤ ਇੰਨੀ ਹੋਈ ਸੀ, ਤੁਹਾਨੂੰ ਕਿੰਨੇ ਦਿਨ ਪਹਿਲਾਂ ਕਿਹਾ ਵੀ 7 ਤਰੀਕ ਤੱਕ ਤੁਸੀਂ ਸਾਨੂੰ ਦੱਸੋ ਵੀ ਆਹ ਚੀਜ਼ਾਂ ਦਾ ਹੱਲ, ਤੇ ਫਿਰ ਤੁਸੀਂ ਕਿਉਂ ਨਹੀਂ? ਜੇ ਤੁਸੀਂ ਇੰਨੇ ਸੱਚੇ ਸੀਗੇ, ਫਿਰ ਤੁਸੀਂ ਕਹਿੰਦੇ ਵੀ ਅਸੀਂ ਫੀਲਿੰਗਾਂ ਲੈਂਦੇ ਹਾਂ ਅਕਾਲੀ ਫੂਲਾ ਸਿੰਘ ਦੀਆਂ। ਗਿਆਨ ਗੋਦੜੀ ਦਾ ਮਸਲਾ ਕਰਦਾ ਜੀ, ਉਹ ਉਸ ਟਾਈਮ ਕਾਂਗਰਸ ਦਾ ਸਮਾਂ ਸੀਗਾ, ਤੇ ਉਦੋਂ ਬਾਅਦ ਤੁਹਾਡੀ ਵਜ਼ਾਰਤ ਤੁਹਾਡੀ ਜਿਹਦੀ ਅੱਜ ਤੁਸੀਂ ਕਹਿੰਦੇ ਹੋ ਬਈ ਸ਼੍ਰੋਮਣੀ ਕਮੇਟੀ ਮਾਂ ਤੇ ਸੁਖਬੀਰ ਬਾਦਲ ਜਾਂ ਪ੍ਰਕਾਸ਼ ਚੰਦ ਬਾਦਲ ਉਹਦਾ ਪੁੱਤਰ ਆ, ਤੇ ਉਹ ਉਹਨਾਂ ਤੱਕ ਫਿਰ ਇਨਸਾਫ ਕਿਉਂ ਨਹੀਂ ਲੈ ਸਕਿਆ ਗਿਆਨ ਗੋਦੜੀ ਦੇ ਗੁਰਦੁਆਰੇ? ਅਕਾਲੀ ਦਲ ਸ਼ਬਦ ਵਰਤਿਆ ਉਹਨਾਂ ਨੇ। ਹਾਂਜੀ, ਅਕਾਲੀ ਦਲ ਸ਼ਬਦ ਵਰਤਿਆ ਉਹਨਾਂ ਨੇ। ਅਸੀਂ ਅਕਾਲੀ ਦਲ ਇਹ ਜਿਹੜੇ ਇਹਨਾਂ ਨੇ ਵਾਸਤੇ ਅਕਾਲੀ ਦਲ ਹੋ ਸਕਦਾ ਵਾ, ਸਾਡੇ ਅਕਾਲੀ ਦਲ ਉਹ ਨੇ ਜਿਹੜੇ ਅਕਾਲੀ ਫੂਲਾ ਸਿੰਘ ਉਹਨਾਂ ਵੇਲੇ ਉਹ ਅਕਾਲੀ ਸੀਗੇ ਜਿਹੜੇ ਗੁਰੂ ਘਰਾਂ ਦੇ ਵਿੱਚ ਪਹਿਲਾਂ ਅਕਾਲੀ ਆਉਂਦੇ ਸੀ, ਜਦੋਂ ਮਤਲਬ ਵੀ ਸਰਾਂ ਦੇ ਵਿੱਚ ਕਹਿੰਦੇ ਵੀ ਇਕੱਠ ਵੱਧ ਜਾਂਦਾ ਸੀ ਤਾਂ ਆਪਣੇ ਕਮਰੇ ਖਾਲੀ ਕਰਦੇ ਸੀ, ਉਹ ਅਕਾਲੀ। ਇਹ ਅਕਾਲੀ ਥੋੜੀ ਨੇ, ਅਸੀਂ ਇਹਨਾਂ ਨੂੰ ਅਕਾਲੀ ਕਾਹਦੇ ਕਹਾਂਗੇ? ਇਹ ਇੱਕ ਬਾਦਲੈਂਡ ਪਾਰਟੀ ਆ, ਠੀਕ ਆ, ਅਸੀਂ ਇਹਨਾਂ ਨੂੰ ਬਾਦਲੈਂਡ ਪਾਰਟੀ ਕਹਿ ਸਕਦੇ ਹਾਂ, ਨਾ ਕਿ ਅਕਾਲੀ ਦਲ। ਨਾ ਜਿੱਦਾਂ ਉਹਨਾਂ ਨੇ ਬਿਆਨ ਦਿੱਤਾ ਵਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਮਾਂ ਵਾ ਤੇ ਅਕਾਲੀ ਦਲ ਪੁੱਤ ਆ, ਤੇ ਫਿਰ ਉਹਨਾਂ ਨੇ ਸਟੇਜ ਦੇ ਉੱਤੋਂ ਹੱਲਾਸ਼ੇਰੀ ਦਿੱਤੀ ਆ ਅਕਾਲੀ ਦਲ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਮੁਹਿੰਮ ਚਲਾਓ ਕਿ ਜਿਹੜਾ ਹੈਗਾ ਸਾਰਿਆਂ ਨੂੰ ਪਤਾ ਲੱਗ ਜੇ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਕੋਈ ਵੱਖ ਨਹੀਂ ਕਰ ਸਕਦਾ। ਇਹ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਭਲੀ ਭਾਂਤੀ ਜਾਣਦੇ ਹੋ ਤੁਸੀਂ ਵੀ ਕਿੰਨੇ ਮਰਜੀਵੜੇ ਅਸੀਂ ਤਿਆਰ ਕਰੇ ਆ, ਤੇ ਕਿੰਨੇ ਅਸੀਂ ਮਰਜੀਵੜਿਆਂ ਦੇ ਨਾਂ ਦੇ ਉੱਤੇ ਸਿੱਖ ਮੁੰਡਾ ਮਰਵਾ ਦਿੱਤਾ, ਸਿੱਖ ਨੌਜਵਾਨ ਕਿੰਨਾ ਮਰਵਾਇਆ ਅਸੀਂ। ਤੁਸੀਂ ਉਹਨਾਂ ਦੀ ਸਾਰ ਲਿੱਤੀ, ਉਹ ਤੁਸੀਂ ਧਰਮੀ ਫੌਜੀਆਂ ਨੂੰ ਪੁੱਛਿਆ ਜਿਨ੍ਹਾਂ ਨੇ ਬੈਰਕਾਂ ਛੱਡ ਦਿੱਤੀਆਂ? ਤੁਸੀਂ ਹੱਲਾਸ਼ੇਰੀਆਂ ਦੇਣ ਵਾਲੇ ਹੋ, ਤੁਸੀਂ ਹੱਲਾਸ਼ੇਰੀਆਂ ਦਿੱਤੀਆਂ। ਤੁਹਾਡੀਆਂ ਹੱਲਾਸ਼ੇਰੀਆਂ ਦਾ ਤਾਜ਼ਾ ਸਬੂਤ ਇਹ ਆ, ਗਿਆਨ ਸਿੰਘ ਲੀਨ ਉਹਨਾਂ ਨੇ ਲੌਂਗੋਵਾਲ ਦੇ ਜਿਹੜਾ ਹਰਚੰਦ ਸਿੰਘ ਲੌਂਗੋਵਾਲ ਆ, ਉਹ ਕੌਮ ਦਾ ਗਦਾਰ ਸੀਗਾ, ਰਾਜੀਵ ਗਾਂਧੀ ਨਾਲ ਮਿਲਿਆ, ਉਹਨਾਂ ਦੇ ਗੋਲੀਆਂ ਮਾਰੀਆਂ, ਉਸ ਬੰਦੇ ਨੂੰ ਸੋਧਾ ਲਾਇਆ। ਉਹ ਜੇ ਤਾਂ ਗਿਆਨ ਸਿੰਘ ਲੀਨ ਉਹਦੇ ਸਹੀ ਸੀਗੇ, ਫਿਰ ਤੁਸੀਂ ਉਹਨਾਂ ਨੂੰ ਸਨਮਾਨਿਤ ਨਹੀਂ ਕਰਦੇ, ਤੇ ਤੁਸੀਂ ਲੌਂਗੋਵਾਲ ਉਹਦੇ ਦੂਜੇ ਦੇ ਹਰਚੰਦ ਸਿੰਘ ਲੌਂਗੋਵਾਲ ਦੇ ਭੋਗ ਤੇ ਜਾ ਕੇ ਤੁਸੀਂ ਉੱਥੇ ਜਾ ਕੇ ਉਹਨੂੰ ਸ਼ਹੀਦ ਦਾ ਦਰਜਾ ਦਿੰਦੇ ਹੋ ਤੇ ਉਹਦੇ ਵਿੱਚ ਬਹਿੰਦੇ ਹੋ, ਕਿਉਂਕਿ ਆਕਾ ਜਿਹੜਾ ਤੁਹਾਡਾ ਸੁਖਬੀਰ ਬਾਦਲ ਆ ਉਹ ਤੁਹਾਨੂੰ ਕਹਿੰਦਾ ਵੀ ਆਹ ਕੰਮ ਕਰੋ। ਪ੍ਰਕਾਸ਼ ਚੰਦ ਬਾਦਲ ਦੇ ਆਕੇ ਤੇ ਤੁਸੀਂ ਚੱਲਣਾ ਆ, ਉਹਨੇ ਤੁਹਾਨੂੰ ਕਿਹਾ ਵੀ ਉੱਥੇ ਜਾਓ। ਇਹ ਦੋਗਲਾ ਚਿਹਰਾ ਨਹੀਂ ਹੈਗਾ, ਹੋਰ ਦੱਸੋ ਕੀ ਆ? ਇਹ ਆਪਾਂ ਤਾਂ ਕਹਿ ਦਿੰਦੇ ਆ, ਕਿਉਂਕਿ ਜਦੋਂ ਮੁਖੀ ਬਣੇ ਹੁੰਦੇ ਆ ਉਦੋਂ ਨਰੈਣੂ ਮਹੰਤ ਵੀ ਇਹ ਕੰਮ ਕਰਦਾ ਸੀ। ਜਿਹੜਾ ਕੰਮ ਇਹ ਕਰਦੇ ਨੇ ਵੀ ਅਸੀਂ ਜੋ ਕਹਿ ਦਿੱਤਾ ਉਹੀ ਮੰਨਿਆ ਜਾਊਗਾ, ਪਰ ਸੰਗਤ ਅਵੇਅਰ ਹੋ ਚੁੱਕੀ ਆ, ਸਭ ਨੂੰ ਪਤਾ ਲੱਗ ਚੁੱਕਿਆ ਵੀ ਤੁਸੀਂ ਕਿੰਨਾ ਮਰਜ਼ੀ ਬੜਿਆ ਬਣਾ ਕੇ ਤੁਸੀਂ ਮਾਰ ਦਿੱਤਾ। ਅੱਜ ਫਿਰ ਤੁਸੀਂ ਗਠਨ ਕਰਦੇ ਹੋ ਨਵੀਆਂ ਕਮੇਟੀਆਂ ਦੇ ਨਾਂ ਤੇ ਬਣਾ ਕੇ ਮੁੰਡਿਆਂ ਨੂੰ ਗੁੰਮਰਾਹ ਕਰਦੇ ਹੋ, ਉਹਨਾਂ ਨੂੰ ਬਣਾਉਂਦੇ ਹੋ। ਉਹ ਅਖੀਰ ਨੂੰ ਤੁਹਾਡਾ ਉਹਨਾਂ ਦੇ ਕੋਲੇ ਥਾਪੜਾ ਦੇ ਕੇ ਤੁਸੀਂ ਮਤਲਬ ਜਿਹੜਾ ਇੱਕ ਮਤਲਬ ਭਾਈ ਆਪਣੇ ਇੱਕ ਭਰਾ ਮਾਰੂ ਜੰਗ ਤੁਸੀਂ ਚਲਾਉਣੀ ਆ, ਉਹ ਤਾਂ ਤੁਹਾਡਾ ਸ਼ਰੇਆਮ ਹੋ ਗਿਆ। ਪਰ ਹੁਣ ਲੋਕ ਤੁਹਾਡੀਆਂ ਚਾਲਾਂ ਦੇ ਵਿੱਚ ਨਹੀਂ ਆਉਣਗੇ, ਕਿਉਂਕਿ ਉਹਨਾਂ ਨੇ ਧਰਮੀ ਫੌਜੀਆਂ ਦੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗੇ ਹੋਏ ਦੇਖ ਲਏ। ਮਰਜੀਬੜਿਆਂ ਦੇ ਘਰ ਦਾ ਹਾਲ ਕਿੱਦਣ ਪੁੱਛਿਆ ਤੁਸੀਂ ਬਈ? ਅੱਜ ਤਾਂ ਤੁਸੀਂ ਕਹਿੰਦੇ ਵੀ ਅਸੀਂ ਤਿਆਰ ਹਾਂ ਜੀ, ਹੁਣ ਉਹ ਕੰਮ ਨਹੀਂ ਹੋਏਗਾ, ਹੁਣ ਆਉਣਗੇ। ਉਹ ਤਾਂ ਕਹਿ ਰਹੇ ਆ ਨਾ ਕਿ ਜਿਹੜੇ ਧਰਮੀ ਫੌਜੀ ਸੀ, ਕੁਝ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਜਾਂ ਬੱਚੇ ਸੀ ਜਾਂ ਕੁਝ ਜਿਹੜੇ ਹੈਗੇ ਸੀਗੇ ਉਸ ਵੇਲੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ, ਜਿਨ੍ਹਾਂ ਨੂੰ ਆਪਾਂ ਸ਼ਹੀਦ ਕਹਿੰਦੇ ਆ, ਜਿਹੜੇ ਅਕਾਲ ਤਖਤ ਸਾਹਿਬ ਦੀ ਸੰਪੂਰਨਤਾ ਜਿਹੜੇ ਪਵਿੱਤਰਤਾ ਦੇ ਲਈ ਉਹਨਾਂ ਨੇ ਸ਼ਹੀਦੀ ਦਿੱਤੀ, ਉਸ ਵੇਲੇ ਉਹਨਾਂ ਦੇ ਬੱਚੇ ਆ ਜਾਂ ਉਹਨਾਂ ਦੇ ਪਰਿਵਾਰ ਆ ਸ਼੍ਰੋਮਣੀ ਕਮੇਟੀਆਂ ਦੇ ਵਿੱਚ ਨੌਕਰੀ ਕਰ ਰਹੇ ਆ। ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਧਰਮੀ ਫੌਜੀਆਂ ਦੇ ਨਾਲ ਆਪਾਂ ਤੁਸੀਂ ਮੁਲਾਕਾਤ ਕਰ ਲਓ, ਤੁਸੀਂ ਸਿੱਖ ਲੀਗਰ ਸਿੱਖ ਸਮਾਜ ਦੇ ਨਾਲ ਮੁਲਾਕਾਤ ਕਰ ਲਓ, ਠੀਕ ਆ, ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰ ਲਓ ਵੀ ਕਿਹਨਾਂ ਨੇ ਉਹਨਾਂ ਨੂੰ ਸਾਂਭਿਆ ਹੋਇਆ ਔਰ ਕਿਹਨਾਂ ਨੇ ਉਹਨਾਂ ਨੂੰ ਕੀ ਦਿੱਤਾ ਆ। ਤੁਸੀਂ ਕਹਿੰਦੇ ਹੋ ਵੀ ਅਸੀਂ ਉਹਨਾਂ ਨੂੰ ਦਿੱਤਾ ਆ, ਤੁਸੀਂ ਨਸ਼ਰ ਕਰੋ, ਰਿਪੋਰਟਾਂ ਨਸ਼ਰ ਕਰ ਦਿਓ ਵੀ ਆ ਅਸੀਂ ਇਹਨਾਂ ਨੂੰ ਸਾਂਭਿਆ ਆ। ਕਿਉਂ ਨਸ਼ਰ ਕਰਦੇ? 14 ਕਰੋੜ ਰੁਪਈਆ ਤੁਸੀਂ ਸਿੱਖ ਲੀਗਰ ਭਾਈਚਾਰੇ ਦਾ ਖਾਂਦੇ ਹੋ ਹਰ ਇੱਕ ਸਾਲ, ਤੇ ਤੁਸੀਂ 5-4 ਬੰਦੇ ਸਿੱਖ ਲੀਗਰਾਂ ਦੇ ਮੰਦੇ ਫੜੇ ਹੋਏ ਨੇ ਜਿਨ੍ਹਾਂ ਨੂੰ ਲੱਖ ਰੁਪਈਆ ਤੁਸੀਂ ਸਾਲਾਨਾ ਦਿੰਦੇ ਹੋ, ਉਹ ਨਜ਼ਾਰੇ ਲੈਂਦੇ ਨੇ। ਪਰ ਜਿਹੜਾ ਗਰੀਬ ਸਿੱਖ ਆ ਸਿੱਖ ਲੀਗਰ, ਉਹਨਾਂ ਦੇ ਕੋਲੇ ਤਾਂ ਆਪਣੇ ਬੈਠਣ ਵਾਸਤੇ ਘਰ ਨਹੀਂ। ਇੱਥੇ ਲੁਧਿਆਣੇ ਦੇ ਵਿੱਚ ਜਿਹੜਾ ਸਿੱਖ ਲੀਗਰ ਸਮਾਜ ਆ, ਤੁਸੀਂ ਉਹਨਾਂ ਨੂੰ ਪੁੱਛ ਲਓ, ਕਦੇ ਉਹਨਾਂ ਦੇ ਕੋਲੇ ਜਾਓ, ਕੈਮਰਾ ਲੈ ਕੇ ਤੁਹਾਨੂੰ ਮੈਂ ਦਿੰਦਾ ਉਹਦਾ ਨੰਬਰ, ਉਹਨਾਂ ਨੂੰ ਪੁੱਛੋ ਵੀ ਜਾ ਕੇ ਤੁਹਾਡੇ ਕੋਲੇ ਸ਼੍ਰੋਮਣੀ ਕਮੇਟੀ ਨੇ ਕੀ ਦਿੱਤਾ ਆ। ਇਹ ਤਾਂ ਕਹਿਣ ਦੀਆਂ ਗੱਲਾਂ ਨੇ। ਹੁਣ ਕਹਿਣ ਦੇ ਵਿੱਚ ਤਾਂ ਇਹ ਕਹਿੰਦੇ ਸੀਗੇ ਵੀ ਬੱਚੇ ਨੂੰ ਪਤਾ ਬਈ ਬੱਚਾ ਚਾਹੁੰਦਾ ਵਾ ਖਾਲਿਸਤਾਨ, ਫਿਰ ਖੋਲ ਦਫ਼ਤਰ ਉੱਥੇ ਖਾਲਿਸਤਾਨ ਦੇ ਨਾਂ ਦਾ, ਕਿਉਂ ਨਹੀਂ ਖੋਲਦਾ? ਉਹਨਾਂ ਦਾ ਬਿਆਨ ਵੀ ਦਿੱਤਾ ਸੀ ਨਾ ਪਿੱਛੇ, ਜੇ ਉਹਨਾਂ ਨੇ ਕਿਹਾ ਸੀਗਾ ਖਾਲਿਸਤਾਨ ਬਣਨਾ ਚਾਹੀਦਾ, ਉਹਨਾਂ ਦਾ ਹਮਾਇਤ ਦੇ ਵਿੱਚ ਬਿਆਨ ਦਿੱਤਾ। ਮੈਂ ਤਾਂ ਤੁਹਾਨੂੰ ਤਾਂ ਹੀ ਤਾਂ ਕਹਿੰਦਾ ਵੀ ਬਣਨਾ ਚਾਹੀਦਾ, ਤੇ ਗੋਲਕਾ ਤੁਹਾਡੇ ਕੋਲੇ, ਕਬਜ਼ਾ ਤੁਹਾਡੇ ਕੋਲੇ, ਬਣਾਉਣਾ ਕੀ ਨਹੀਂ ਖਾਲਿਸਤਾਨ? ਬਣਾਉਣਾ ਕੀ ਨਹੀਂ ਜੀ? ਤੁਸੀਂ ਮੈਨੂੰ ਦੱਸੋ। ਅਸੀਂ ਰਖਵਾਲੇ ਬਣਦੇ ਆ, ਅਸੀਂ ਪੰਥਕ ਆ, ਤੇ ਅਸੀਂ ਇਹਨੂੰ ਸਾਂਭਿਆ ਹੋਇਆ, ਇਹ ਤੇ ਇਹ ਉਹ ਮਾਂ ਆ ਤੇ ਉਹ ਪੋਤੇ ਆ, ਤੇ ਬਣਾਉਣਾ ਕੀ ਨਹੀਂ? ਸ਼ੁਰੂਆਤ ਕਰੋ। ਜੇ ਤੁਸੀਂ ਇਹ ਚੀਜ਼ਾਂ ਦੇ ਵਿੱਚ ਕਰਦੇ ਹੋ ਤਾਂ ਤੁਸੀਂ ਖੋਲੋ ਆਪਣੇ ਦਫ਼ਤਰ, ਖੋਲੋ
ਕਿਉਂ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਗੁੰਮਰਾਹ ਕਰਦੇ ਹੋ? ਤੁਸੀਂ ਇੱਕ ਗੱਲ ਦੱਸੋ, ਤੁਸੀਂ ਉਹਨਾਂ ਨੂੰ ਤਾਂ ਕਹਿੰਦੇ ਹੋ ਵੀ ਠੀਕ ਆ, ਤੇ ਤੁਸੀਂ ਸਮਾਗਮ ਕਾਹਦਾ ਨਹੀਂ ਕਰਾਉਂਦੇ? ਸ਼ਹੀਦਾਂ ਦੇ ਪਰਿਵਾਰਾਂ ਨੂੰ ਤੁਸੀਂ ਕਦੇ ਪੁੱਛਿਆ ਨਹੀਂ? ਇਹ ਤਾਂ ਗੱਲਾਂ ਤਾਂ ਬਹੁਤ ਆਪਾਂ ਵੱਡੀਆਂ ਵੱਡੀਆਂ ਕਰ ਸਕਦੇ ਹਾਂ, ਗੱਲਾਂ ਦੇ ਵਿੱਚ ਕੀ ਆ, ਕਿਉਂਕਿ ਤੁਹਾਨੂੰ ਪਤਾ ਵਾ ਵੀ ਬਾਜ਼ਾਰ ਤਾਂ ਸਾਡੀ ਆ। ਹੁਣ ਤੁਸੀਂ ਇਹ ਨਵਾਂ ਇਸ਼ੂ ਦੇਖ ਲਓ, ਸਭ ਨੂੰ ਪਤਾ ਇਸ ਚੀਜ਼ ਦਾ। ਇੱਕ ਸਾਲ ਨਵੰਬਰ ਦੇ ਵਿੱਚ 16 ਨਵੰਬਰ ਨੂੰ ਮੈਂ ਖਬਰ ਲਾਈ ਸੀ ਇਹ ਚੀਜ਼ ਦੀ, ਜਦੋਂ ਇਹਨਾਂ ਦਾ ਮੈਂ ਲੋਗੋ ਦੇਖਿਆ ਸੀਗਾ। ਉਸ ਲੋਗੋ ਦੇ ਕਮਲ ਦੇ ਫੁੱਲ ਦੇ ਵਿੱਚ ਲੋਗੋ ਆ ਗਿਆ, ਕਿਉਂਕਿ ਜਿਹੜੇ ਹੁਣ ਕਿਹੜੇ ਲੋਗੋ ਦੀ ਗੱਲ ਕਰ ਰਹੇ ਜਿਹੜੇ ਸ਼੍ਰੋਮਣੀ ਕਮੇਟੀ ਦਾ ਲੋਗੋ ਹੁੰਦਾ ਵਾ ਇੱਕ, ਉਹ ਲੋਗੋ ਦੇ ਵਿੱਚ ਕਮਲ ਦਾ ਫੁੱਲ ਕਿਵੇਂ ਭਰਤੀ ਹੋ ਕੇ ਆ ਗਿਆ, ਉਹ ਤੁਸੀਂ ਨਸ਼ਰ ਹੋਇਆ ਦੇਖ ਲਓ ਆਪ। ਇੱਕ ਸਾਲ ਪਹਿਲਾਂ ਅਸੀਂ ਪੇਪਰ ਦੇ ਵਿੱਚ ਖਬਰ ਲਾਈ ਸੀ ਇਹ ਚੀਜ਼ ਦੀ ਵੀ ਇਹ ਸ਼੍ਰੋਮਣੀ ਕਮੇਟੀ ਦਾ ਲੋਗੋ, ਬੀਜੇਪੀ ਦਾ ਲੋਗੋ ਸ਼੍ਰੋਮਣੀ ਕਮੇਟੀ ਦਾ ਲੋਗੋ ਕਿਵੇਂ ਬਣ ਗਿਆ। ਤੁਸੀਂ ਲੋਕਾਂ ਨੂੰ ਬੁੱਧੂ ਬਣਾ ਰਹੇ ਹੋ, ਉਹ ਸਮਾਂ ਨਹੀਂ ਹੈਗਾ। ਕਿਉਂਕਿ ਤੁਸੀਂ ਤਾਂ ਪਹਿਲਾਂ ਹੁਣ ਤੱਕ ਤੁਹਾਡਾ ਜਿਹੜਾ ਸੁਖਬੀਰ ਐਂਡ ਪਾਰਟੀ ਆ ਜਾਂ ਤੁਹਾਡਾ ਬਾਦਲ ਐਂਡ ਪਾਰਟੀ ਆ, ਇਹ ਤਾਂ ਪਹਿਲਾਂ ਵੀ ਕਹਿੰਦੀ ਰਹੀ ਆ ਵੀ ਇਹ ਮਾਂ ਆ ਤੇ ਸਾਡਾ ਨੌ ਮਾਹ ਦਾ ਰਿਸ਼ਤਾ ਆ, ਇਹ ਕਦੇ ਟੁੱਟ ਨਹੀਂ ਸਕਦਾ। ਠੀਕ ਆ, ਇਹ ਜਦੋਂ ਮਤਲਬ ਹੜ ਆ ਜਾਵੇ ਨਾ, ਹੜ ਸੰਗਤ ਦਾ ਖੜਾ ਹੋ ਜਾਵੇ, ਸੰਗਤ ਖੜੀ ਹੋ ਜਾਵੇ, ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਆਪਣੇ ਸਿੱਖ ਵੀਰਾਂ ਨੂੰ, ਸਾਰੇ ਆਪਣੇ ਸਮਾਜ ਨੂੰ ਸੁਚੇਤ ਕਰਨਾ ਚਾਹੁੰਦੇ ਆ। ਕਿਉਂਕਿ ਇਹ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਇਹਨਾਂ ਨੇ ਸ਼ੁਰੂ ਕਰ ਲਈ। ਹੁਣ ਇਹਨਾਂ ਨੇ ਇੱਕ ਨਵਾਂ ਪੈਂਤਲਾ ਵਰਤਿਆ, ਦਲਿਤ ਦਾ। ਆਖਿਰ ਦਲਿਤਾਂ ਨੂੰ ਅਸੀਂ ਅੱਗੇ ਲੈ ਕੇ ਆਉਣਾ, ਦਲਿਤਾਂ ਦੇ ਨਾਲ ਆਹ ਹੋ ਗਿਆ ਜੀ, ਦਲਿਤਾਂ ਦੇ ਨਾਲ ਆਹ ਹੋ ਗਿਆ ਜੀ। ਤੁਸੀਂ ਕਿਹੜੇ ਦਲਿਤ ਨੂੰ ਪੁੱਛਿਆ ਬਈ? ਕਿਉਂਕਿ ਅੱਜ ਤੁਹਾਨੂੰ ਪਤਾ ਵੀ ਜੇ ਬੀਜੇਪੀ ਦੇ ਵਿੱਚ ਅਸੀਂ ਨਹੀਂ ਜਾ ਸਕਦੇ ਤੇ ਸਾਡੇ ਕੋਲੇ ਦਲਿਤਾਂ ਦਾ ਪੱਤਾ ਖੇਡਣ ਨੂੰ ਆ। ਉਹ ਤੁਸੀਂ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਨਸ਼ਰ ਹੋ ਹੀ ਜਾਣਾ ਵਾ ਵੀ ਤੁਸੀਂ ਦਲਿਤਾਂ ਨੂੰ ਕੀ ਕਰ ਰਹੇ ਹੋ। ਹੁਣ ਤੱਕ ਤਾਂ ਦਲਿਤਾਂ ਦੇ ਤੁਸੀਂ ਝੰਡੇ ਲਵਾ ਕੇ ਹਾਥੀ ਦੇ ਉਹਨਾਂ ਦੇ ਘਰੇ ਲਵਾਏ, ਅਕਾਲੀ ਦਲ ਦੇ ਜਾਂ ਇਹਨਾਂ ਦੇ ਦੂਜੇ ਦੇ ਬੀਜੇਪੀ ਦੇ। ਤੇ ਹੁਣ ਜਦੋਂ ਉਧਰੋਂ ਤੋੜ ਵਿਛੜਾ ਹੋ ਗਿਆ, ਹੁਣ ਅਸੀਂ ਦਲਿਤਾਂ ਨੂੰ ਅਸੀਂ ਸਾਂਭਦੇ ਆ ਜੀ, ਦਲਿਤਾਂ ਨਾਲ ਅਸੀਂ ਕੀ ਕਰਦੇ ਆ? ਕਿਹੜੇ ਤੁਸੀਂ ਦਲਿਤਾਂ ਨੂੰ ਅੱਜ ਤੱਕ ਸਾਂਭਿਆ? ਤੁਸੀਂ ਤਾਂ ਹਰ ਇੱਕ ਬੰਡੀਆਂ ਪਵਾ ਦਿੱਤੀਆਂ। ਤੁਸੀਂ ਫੁੱਟ ਪਾ ਕੇ ਰਾਜ ਦੀ ਨੀਤੀ ਤੇ ਚੱਲਦੇ ਹੋ। ਇਹ ਜ਼ਿਆਦਾਤਰ ਮਸਲਾ ਨਹੀਂ ਚੱਲਣਾ, ਲੋਕ ਅਵੇਅਰ ਹੋ ਚੁੱਕੇ ਨੇ। ਵਿਦੇਸ਼ਾਂ ਦੇ ਵਿੱਚ ਸੰਗਤ ਪੱਬਾਂ ਭਾਰ ਹੋਈ ਹੋਈ ਆ। ਤੁਸੀਂ ਬਾਹਰ ਤਾਂ ਨਿਕਲੋ, ਤੁਸੀਂ ਜਾ ਕੇ ਲੋਕਾਂ ਦੇ ਵਿੱਚ ਜਾਓ, ਤੁਹਾਨੂੰ ਪਤਾ ਲੱਗ ਜਾਊਗਾ ਆਪਣੇ ਆਪ ਹੀ। ਤੇ ਇੱਕ ਹੋਰ ਬੜੀ ਵੱਡੀ ਗੱਲ ਹੈ ਜਿਹੜੀ ਉਹਨਾਂ ਨੇ ਕਹੀ ਹੈ, ਬੀਤੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ 9 ਮਾਰਚ ਦਾ ਰਿਸ਼ਤਾ ਟੁੱਟਿਆ, ਬੀਜੇਪੀ ਦੇ ਨਾਲੋਂ ਅਕਾਲੀ ਦਲ ਜਿਹੜਾ ਹੈਗਾ ਵੱਖ ਹੋਇਆ, ਕਿਤੇ ਨਾ ਕਿਤੇ ਖਟਾਸ ਆਈ ਆ ਰਿਸ਼ਤਿਆਂ ਦੇ ਵਿੱਚ। ਉਸ ਤੋਂ ਬਾਅਦ ਬੀਤੇ ਦਿਨੀ ਜਥੇਦਾਰ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ, ਬੀਜੇਪੀ ਸਰਕਾਰ ਹੈ, EVM ਦੀ ਸਰਕਾਰ ਹੈ। ਜਿੰਨਾ ਟਾਈਮ EVM ਰਹੂਗਾ ਇੱਦਾਂ ਦੀਆਂ ਸਰਕਾਰਾਂ ਆਉਂਦੀਆਂ ਰਹਿਣਗੀਆਂ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਇਸ ਬਿਆਨ ਦੇ ਅਰਥ ਕੀ ਕੱਢਦੇ ਹੋ? ਅਰਥ ਤਾਂ ਸਾਫ਼ ਨੇ ਜੀ। ਜਦੋਂ ਕਹਿੰਦੇ ਹੁੰਦੇ ਆ ਵੀ ਜਦੋਂ ਚੱਲ ਰਹੀ ਸੀਗੀ ਨਾਲ ਸਰਕਾਰ ਭਾਈਵਾਲੀ ਸੀ, ਜਦੋਂ ਖਾਣ ਨੂੰ ਇਕੱਠਾ ਸਭ ਕੁਝ ਮਿਲ ਰਿਹਾ ਸੀਗਾ, ਉਹਦੇ ਤਾਂ ਸਭ ਕੁਝ ਪਤਾ ਸੀ ਵੀ EVM ਹੈਗੀ ਆ ਜਾਂ EVM ਨਹੀਂ ਹੈਗੀ। ਉਦੋਂ ਤਾਂ ਆਪਾਂ ਕਹਿੰਦੇ ਤਾਂ ਆਪਾਂ ਬੋਲੇ ਨਹੀਂ ਆਪਾਂ, ਕਿਉਂਕਿ ਉਹਦਾ ਤੁਸੀਂ ਤਾਜ਼ਾ ਮਿਸਾਲ ਇਹ ਲਾਓ ਵੀ ਜਦੋਂ ਆਪਾਂ ਕਿਸਾਨਾਂ ਦੇ ਜਿਹੜੇ ਹੁਣ ਵਿਰੋਧੀ ਬਿੱਲ ਆਏ ਆ, ਉਹਨਾਂ ਤਿੰਨਾਂ ਤੇ ਸਾਈਨ ਕਰੇ ਆ, ਉਦੋਂ ਆਪਾਂ ਬੋਲੇ ਨਹੀਂ। ਜਦੋਂ ਸਮਾਂ ਸੀ ਬੋਲਣ ਦਾ, ਤੁਸੀਂ ਉਹਦੇ ਵਿਰੋਧ ਕਰਦੇ ਵੀ ਅਸੀਂ ਸਾਈਨ ਨਹੀਂ ਕਰਨੇ। ਸਾਈਨ ਕਰਕੇ ਸਾਰਾ ਕੁਝ ਕਰਕੇ ਜਦੋਂ ਤੁਹਾਡੇ ਜੁੱਤੀ ਫਿਰਨ ਲੱਗੀ, ਲੋਕਾਂ ਨੇ ਤੁਹਾਨੂੰ ਪਿੰਡਾਂ 'ਚ ਵੜਨਾ ਬੰਦ ਕਰ ਦਿੱਤਾ, ਉਦੋਂ ਤੁਸੀਂ ਕਹਿ ਦਿੱਤਾ ਜੀ ਅਸੀਂ ਛੱਡ ਦਿੰਦੇ ਆ। ਤੇ ਹੁਣ ਤੁਸੀਂ ਅੱਜ ਜਦੋਂ ਭਾਜਪਾ ਨੇ ਤੁਹਾਡਾ ਨਾਲ ਦੇਖ ਲਿਆ, ਕਿਉਂਕਿ ਜਿਹੜਾ ਪੱਤਾ ਤੁਸੀਂ ਖੇਲਦੇ ਸੀ ਅੱਜ ਉਹਨਾਂ ਨੇ ਖੇਲਣਾ। ਆਉਂਦੇ ਸਮੇਂ ਦੇ ਵਿੱਚ ਭਾਜਪਾ ਨੇ ਵੀ ਪੱਤਾ ਦਲਿਤਾਂ ਨਾਲ ਖੇਲਣਾ। ਉਹ ਵੀ ਤੁਸੀਂ ਦੇਖ ਲਓ ਵੀ ਉਹਨਾਂ ਦਾ ਬੜਾ ਰੋਲ ਚੱਲ ਰਿਹਾ ਦਲਿਤਾਂ ਦੇ ਪ੍ਰਤੀ, ਵੀ ਅਸੀਂ ਦਲਿਤਾਂ ਨੂੰ ਸਾਂਭਣਾ। ਕਿਉਂਕਿ ਜਿੰਨਾ ਤੱਕ ਸਾਡੇ ਲੋਕ ਸ਼ਰਾਬ ਦੀਆਂ ਬੋਤਲਾਂ ਤੇ ਆਪਣੇ ਆ ਰਾਸ਼ਨ ਦੇ ਤਹਿਤ ਅਸੀਂ ਵਿਕਦੇ ਰਵਾਂਗੇ, ਉਹਨਾਂ ਤੱਕ ਸਾਡਾ ਹਾਲ ਇਹੀ ਹੋਣਾ। ਇਹ ਸਾਨੂੰ ਸਾਰਿਆਂ ਨੂੰ ਅਵੇਅਰਨੈਸ ਲਿਆਉਣੀ ਪੈਣੀ ਆ। ਜਿਹੜੇ ਸਾਡੇ ਗੁਰੂ ਘਰ ਨੇ ਉਹ ਸਾਡਾ ਸਰਮਾਇਆ ਨੇ, ਸਾਡੀ ਕੌਮ ਦੀ ਜਗੀਰ ਆ, ਨਾ ਕਿ ਇੱਕ ਇਹਦਾ ਮਤਲਬ ਵੀ ਇਕੱਲਾ ਸਿਰਫ ਪ੍ਰਕਾਸ਼ ਚੰਦ ਬਾਦਲ ਉਹੀ ਉਹਦਾ ਪੁੱਤ ਆ। ਇਹ ਜਿਹੜੇ ਉਹ ਗਲਤਫਹਿਮੀ ਆ, ਇਹ ਗਲਤਫਹਿਮੀ ਉਹਨਾਂ ਨੇ ਪਾਲੀ ਹੋਈ ਆ। ਇਹ ਬਹੁਤ ਜਲਦੀ ਇਹਦੇ ਵਿੱਚੋਂ ਪਰਦਾ ਚੱਕਿਆ ਜਾਏਗਾ। ਪਰ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਜਿਹੜੇ ਬੀਤੇ ਦਿਨੀ ਆਪਾਂ ਦੇਖਿਆ ਕਿ ਜਥੇਬੰਦੀਆਂ, ਉੱਥੇ ਕੁਝ ਜਥੇਬੰਦੀਆਂ ਬੈਠੀਆਂ ਸੀਗੀਆਂ ਔਰ ਉੱਥੇ ਦਰਵਾਜ਼ੇ ਨੂੰ ਸ਼੍ਰੋਮਣੀ ਕਮੇਟੀ ਦੇ ਉੱਥੇ ਜਿੰਦਾ ਲਾਇਆ ਗਿਆ ਹੈ ਨਾ, ਤਾਲਾ ਲਾ ਕੇ ਉੱਥੇ ਧਰਨੇ ਤੇ ਬੈਠੇ ਸੀ। ਉਸ ਤੋਂ ਬਾਅਦ ਜਿਹੜਾ ਕਲੈਸ਼ ਹੋਇਆ ਦੋਨੇ ਧਿਰਾਂ ਦੇ ਵਿੱਚ, ਉਹ ਵੀ ਆਪਾਂ ਜਾਣਦੇ ਆ। ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਹੈਗੇ ਆ ਪਿੰਡਾਂ ਤੋਂ ਆ ਜਾਣ, ਡਾਂਗਾ ਚੱਕ ਲਓ, ਇਸ ਤਰ੍ਹਾਂ ਦਾ ਉਹਨਾਂ ਨੇ ਬਿਆਨ ਦਿੱਤਾ। ਮੈਂ ਤੁਹਾਨੂੰ ਪਹਿਲਾਂ ਇਸ ਵਿਸ਼ੇ ਤੇ ਕਹਿ ਚੁੱਕਿਆ ਵੀ ਜਦੋਂ ਅਸੀਂ ਮਰਜੀਬੜੇ ਤਿਆਰ ਕਰਨੇ ਹੁੰਦੇ ਨੇ, ਉਦੋਂ ਅਸੀਂ ਇਦਾਂ ਦੇ ਬਿਆਨ ਦਿੰਦੇ ਆ। ਜਦੋਂ ਅਸੀਂ ਕੌਮ ਨੂੰ ਮਰਵਾਉਣਾ ਹੋਵੇ, ਅਸੀਂ ਆਪਣੇ ਆਪ ਨੂੰ ਸਾਬਤ ਕਰਨਾ ਹੋਵੇ ਅਸੀਂ ਸੱਚੇ ਆ, ਉਦੋਂ ਅਸੀਂ ਇਹੀ ਕੰਮ ਕਰਨਾ ਨਾ। ਜਿਹੜਾ ਕੰਮ ਇਹ ਪਹਿਲਾਂ ਹੁਣ ਤੋਂ ਥੋੜ੍ਹੀ ਚੱਲ ਰਿਹਾ। ਜਦੋਂ ਤੋਂ ਤੁਸੀਂ ਬਾਬਾ ਜਰਨੈਲ ਸਿੰਘ ਦੇ ਨਾਲ ਤੁਸੀਂ ਉਹਦੀਆਂ ਸਪੀਚਾਂ ਸੁਣ ਸਕਦੇ ਹੋ। ਉਹਨਾਂ ਨੇ ਕਿਹਾ ਸੀਗਾ ਵੀ ਸੋਢੀ ਦੇ ਨਾਲ ਕੀ ਬੈਰ ਸੀ ਤੁਹਾਡਾ ਅਕਾਲੀਆਂ ਦਾ, ਸੋਢੀ ਕਿਉਂ ਮਾਰਿਆ? ਠੀਕ ਆ, ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਹੁਣ ਬੋਲਣਾ ਚਾਹੀਦਾ ਆ, ਇੱਕ ਪਾਸੇ ਤੁਸੀਂ ਮਰਜੀਬੜੇ ਮਾਰੀ ਜਾਂਦੇ ਸੀਗੇ। ਤੇ ਬਾਬਾ ਜਰਨੈਲ ਸਿੰਘ ਨੇ ਤੁਹਾਨੂੰ ਕੀ ਕਿਹਾ ਸੀਗਾ
ਵੀ ਤੁਹਾਡੇ ਕੋਲ ਕੋਈ ਨੋਟੀਫਿਕੇਸ਼ਨ ਆ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਕੀ ਨੋਟੀਫਿਕੇਸ਼ਨ ਦੇ ਕੇ ਕੋਈ ਵੀ ਜਿਹੜਾ ਜੋ ਤੁਸੀਂ ਕਰੋ ਵੀ ਉਹ ਸਹੀ ਆ। ਸੋ ਇਸ ਕਰਕੇ ਜਿਹੜੀ ਆਪਣੇ ਸਿੱਖ ਸੰਗਤ ਆ ਉਹ ਸੁਚੇਤ ਰਵੇ, ਠੀਕ ਆ। ਇਦਾਂ ਦੇ ਬਿਆਨ ਤੋਂ ਕਦੇ ਆਪਾਂ ਕਿੱਦਾਂ ਦਾ ਭੜਕਾਊ ਬਿਆਨ ਦਿੰਦੇ ਆ, ਕਦੇ ਆਪਾਂ ਕਿੱਦਾਂ ਦਾ ਪੜਾਊ ਬਿਆਨ ਦਿੰਦੇ ਆ। ਇਹਦੇ ਦੇ ਨਾਲ ਹੁਣ ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਾਗਜੀ ਫੂਲਾ ਸਿੰਘ ਨਹੀਂ ਬਣਿਆ ਜਾਣਾ। ਜੇ ਫੂਲਾ ਸਿੰਘ ਬਣਨਾ ਆ PhD ਸਾਹਿਬ ਤਾਂ ਗੁਰਦੁਆਰਾ ਗਿਆਨ ਗੋਦੜੀ ਸਿੱਖਾਂ ਦਾ ਜਿਹੜਾ ਦੱਬਿਆ ਹੋਇਆ ਤੁਹਾਡੇ ਜਿਹੜੇ ਭਾਈਵਾਲੀ ਨਹੀਂ ਜਿਨ੍ਹਾਂ ਨੇ ਦੱਬਿਆ ਸੀਗਾ, ਠੀਕ ਆ। ਉਧਰੋਂ ਗੁਰਦੁਆਰਾ ਡਾਂਗਮਾਰ ਤੇ ਜਿਹੜਾ ਆਪਣਾ ਮੰਗੂ ਭੱਟ ਸਾਹਿਬ ਜਿੱਥੇ ਮਤਲਬ ਗਵਾਲੀਅਰ ਦੇ ਵਿੱਚ ਮੰਦਿਰ ਬਣਾ ਦਿੱਤਾ, ਉਦੋਂ ਤੁਸੀਂ ਕਿਉਂ ਨਹੀਂ ਬੋਲਦੇ? ਉਦੋਂ ਤੁਹਾਡੀ ਡਾਂਗ ਕਿੱਥੇ ਚਲੀ ਜਾਂਦੀ ਆ? ਉਦੋਂ ਤੁਹਾਡੀ ਡਾਂਗ ਨੂੰ ਕੀ ਹੋ ਜਾਂਦਾ ਕਿ ਤੁਸੀਂ ਸਿੱਖਾਂ ਨੂੰ ਮਾਰਨਾ ਜਾਣਦੇ ਹੋ। ਤੁਹਾਨੂੰ ਪਤਾ ਵੀ ਕੋਈ ਬੋਲੇ ਅਸੀਂ ਉਹਨਾਂ ਨੂੰ ਚੁੱਪ ਕਰਾ ਦਈਏ, ਪਰ ਹੁਣ ਸਮਾਂ ਹੋਰ ਚੁੱਕਿਆ, ਬਦਲ ਚੁੱਕਿਆ। ਉਹ ਸਮਾਂ ਹੋਰ ਸੀਗਾ, ਅੱਜ ਸਮਾਂ ਹੋਰ ਆ। ਅੱਜ ਮੀਡੀਆ ਦਾ ਯੁੱਗ ਆ, ਕੱਲੀ ਗੱਲ ਘਰਾਂ ਦੇ ਵਿੱਚ ਲੋਕਾਂ ਕੋਲੇ ਪਹੁੰਚ ਚੁੱਕੀ ਆ ਤੇ ਤੁਸੀਂ ਇਹ ਚੀਜ਼ਾਂ ਤੋਂ ਸਾਡੇ ਆਉਂਦੇ ਸਮੇਂ 'ਚ ਜ਼ਰੂਰ ਦੇਖੋਗੇ, ਕਿਉਂਕਿ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਆਪਾਂ ਪਹਿਲਾਂ ਕਹਿੰਦੇ ਸੀ ਇਹ ਟੁੱਟ ਨਹੀਂ ਸਕਦਾ ਬੰਧਨ, ਬਹੁਤ ਕਹਿੰਦੇ ਪਿਆਰ ਦਾ ਬੰਧਨ ਸਾਡਾ ਬਹੁਤ ਤਕੜਾ ਆ, ਅਸੀਂ ਤੀਵੀਂ ਆਦਮੀ ਵਾਲਾ ਰਿਸ਼ਤਾ ਆ, ਪਤੀ ਪਤਨੀ ਵਾਲਾ ਨੌ ਮਾਸ ਦਾ ਰਿਸ਼ਤਾ ਆ, ਠੀਕ ਆ। ਜੇ ਇਹ ਮਤਲਬ ਕਹਿੰਦੇ ਜੜ੍ਹਾਂ ਬੜੀਆਂ ਡੂੰਘੀਆਂ ਨੇ ਜੀ, ਤੁਹਾਡੇ ਸਾਹਮਣੇ ਸ਼ਰੇਆਮ ਨਸ਼ਾ ਤਸਕਰੀ ਦੇ ਵਿੱਚ ਘਾਲੇ ਦਾ ਨਾਂ ਆਂਦਾ, 5 ਕਿਲੋ ਪੇਪਰਾਂ ਦੇ ਵਿੱਚ ਫੋਟੋਆਂ ਲੱਗ ਜਾਂਦੀਆਂ ਨੇ। ਉਹ ਤੁਹਾਡੀ ਡਾਂਗ ਕਿੱਥੇ ਚਲੇ ਗਈ? PhD ਕਿੱਥੇ ਗਿਆ ਬਈ? ਉੱਥੇ ਡਾਂਗ ਨਹੀਂ ਚੱਲੀ ਤੇਰੇ ਕੋਲੋਂ। ਤੂੰ ਡਾਂਗ ਮਾਰੇਗਾ ਕਿ ਗਰੀਬਾਂ ਸਿੱਖਾਂ ਦੇ ਜਿਹੜੇ ਦਰਦ ਰੱਖਦੇ ਨੇ ਉਹਨਾਂ ਦੇ ਡਾਂਗ ਮਾਰੇਗਾ। ਵਾਹ ਬਈ ਵਾਹ, ਕੀ ਬਾਤ ਹੈ। ਉਹ ਤੁਹਾਨੂੰ ਸ਼ਰਮ ਕਰੋ, ਤੁਹਾਨੂੰ ਲੋਕ ਲਾਹਨਤਾਂ ਪਾਉਂਦੇ ਆ। ਤੁਹਾਡੀ ਸਪੀਚ ਤੇ ਤੁਸੀਂ ਸੁਣ ਕੇ ਵੇਖੋ ਤੁਹਾਡਾ ਹਾਲ ਕੀ ਆ, ਵੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ। ਜੇ ਤੁਹਾਡੇ ਕੋਲ ਕੋਈ ਪ੍ਰਸ਼ਨ ਪੁੱਛੇ RSS ਬਾਰੇ, ਨੋ ਕਮੈਂਟ। ਕੀ ਗੱਲ ਬਈ ਨੋ ਕਮੈਂਟ ਕਾਹਦੇ? ਇੱਥੇ ਵੀ ਕਮੈਂਟ ਕਰੋ ਬਈ, ਇੱਥੇ ਕਮੈਂਟ ਕਾਹਦੇ ਨਹੀਂ ਹੁੰਦਾ ਤੁਹਾਡੇ ਕੋਲੋਂ? ਤੁਹਾਡੀ ਮਾਂ ਮਰ ਜਾਂਦੀ ਹੈ ਇੱਥੇ, ਤੁਹਾਡੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ, ਇੱਥੇ ਕਮੈਂਟ ਨਹੀਂ ਹੁੰਦਾ ਤੁਹਾਡੇ ਕੋਲੋਂ। ਬੋਲੋ, ਅਗਲੇ ਦਾ ਆਪਣੇ ਸਕੂਲ ਚਲਾ ਰਹੇ ਨੇ, ਤੁਸੀਂ ਖਾਲਸਾ ਪੰਥ ਦੀ ਗੱਲ ਕਰਦੇ ਹੋ। ਤੁਸੀਂ ਦੱਸੋ ਮੈਨੂੰ, ਖਾਲਸਾ ਸਕੂਲ ਛੱਡਿਆ ਕੋਈ? ਤੁਸੀਂ ਖਾਲਸਾ ਸਕੂਲ ਤੁਸੀਂ ਕਹਿੰਦੇ ਹੋ ਵੀ ਜਿਹੜੀ ਮਤਲਬ ਇੱਕ ਕੋਆਪਰੇਟਿਵ ਘਰਾਣਾ ਬਣ ਕੇ ਕੁਝ ਚੱਲ ਰਿਹਾ ਵਾ, ਵੀ ਕੋਆਪਰੇਟਿਵ ਘਰਾਣੇ ਵਾਂਗੂ ਇੱਕ ਮਤਲਬ ਆਪਾਂ ਕਹਿੰਦੇ ਆ ਵੀ 20 ਬੰਦਿਆਂ ਦਾ ਸੰਗਠਨ ਬਣ ਕੇ ਆਪਾਂ ਉਹ ਬਣਾ ਦਿੰਦੇ ਆ, ਵੀ ਉੱਦਾਂ ਨਹੀਂ ਕਿ ਸ਼੍ਰੋਮਣੀ ਕਮੇਟੀ ਬਣਨੀ। ਤੁਸੀਂ ਛੱਡਿਆ ਕਿੱਥੇ ਆ? ਫਤਿਹਗੜ੍ਹ ਸਾਹਿਬ ਦੇ ਜਿੰਨੇ ਤੁਸੀਂ ਟਰਸਟ ਬਣਾ ਕੇ ਖਾ ਰਹੇ ਹੋ, ਹਰੇਕ ਨੂੰ ਜਗ੍ਹਾ ਨੂੰ ਤੁਸੀਂ ਟਰਸਟ ਬਣਾ ਦਿੱਤਾ। ਉਹ ਮੋਹਾਲੀ ਦੀ ਜ਼ਮੀਨ, ਕਰੋੜਾਂ ਅਰਬਾਂ ਦੀ ਜ਼ਮੀਨ, ਉਹ ਤੁਸੀਂ ਖਾ ਚੁੱਕੇ ਹੋ। ਤੁਸੀਂ ਜਵਾਬ ਕਿਉਂ ਨਹੀਂ ਦਿੰਦੇ? ਉਹਦੇ ਉੱਥੇ ਤੁਹਾਡੀਆਂ ਡਾਂਗਾ ਚੱਲ ਜਾਂਦੀਆਂ ਨੇ, ਉੱਥੇ ਨਹੀਂ ਤੁਹਾਡੀਆਂ ਡਾਂਗਾ ਚੱਲਦੀਆਂ। ਉੱਥੇ ਕਦ ਨਹੀਂ ਬੋਲਦੇ ਵੀ ਆਜੋ ਭਾਈ ਉੱਥੇ ਬਾਦਲ ਜ਼ਮੀਨਾਂ ਵੇਚ ਰਿਹਾ ਆਪਣੀਆਂ? ਕਿਉਂਕਿ ਥੋੜਾ ਚਿਰ ਹੀ ਆ ਸਮਾਂ, ਸਿੱਖ ਸੰਗਤ ਜਾਗ ਚੁੱਕੀ ਆ। ਇਹ ਆਉਂਦੇ ਸਮੇਂ ਦੇ ਵਿੱਚ ਸਾਰਾ ਕਲੀਅਰ ਹੋ ਜਾਏਗਾ। ਥੋੜਾ ਸਮਾਂ ਰੱਖੋ, ਕਿਉਂਕਿ ਤੁਹਾਡੀ ਬਗਲਾਟ ਥੋੜੀ ਦੱਸ ਰਹੀ ਆ। ਜੇ ਤੁਸੀਂ ਇੰਨੇ ਸੱਚੇ ਹੋ ਤਾਂ ਤੁਹਾਨੂੰ ਕੀ ਲੋੜ ਆ ਤੜਫਣ ਦੀ? ਤੇ ਫਿਰ ਕਰੋ ਹੱਲ ਸਿੱਖਾਂ ਦੇ ਮਸਲਿਆਂ ਦਾ। ਉਹ ਸਕੂਲਾਂ ਦੇ ਵਿੱਚ ਪੰਜਾਬੀ ਬੰਦ ਹੋ ਰਹੀ ਆ, ਕੋਈ ਪੁੱਛਣ ਵਾਲਾ ਹੈ ਨਹੀਂਗਾ, ਠੀਕ ਆ। ਇੱਥੇ ਗੁਰਦੁਆਰਾ ਸਾਡੇ ਲੁਧਿਆਣੇ ਦੇ ਵਿੱਚ ਆ, 25 ਸਾਲਾਂ ਦੇ ਵਿੱਚ ਇੱਥੇ ਆ ਦੁੱਖ ਨਿਵਾਰਨ ਤੇ ਕਬਜ਼ਾ ਕਰੀ ਬੈਠੇ ਨੇ ਲੋਕ। ਇੱਕੋ ਹੀ ਪ੍ਰਧਾਨ ਬਣ ਰਿਹਾ ਤੇ ਦੂਜਾ ਪ੍ਰਧਾਨ ਨਹੀਂ ਬਣਦਾ। ਤੁਹਾਡੇ ਤਾਂ ਕਬਜ਼ੇ ਕਰੇ ਹੋਏ ਨੇ, ਕਿਉਂਕਿ ਤੁਹਾਨੂੰ ਹਿੱਸਾ ਜਾਂਦਾ, ਬਟ ਤੁਸੀਂ ਚੁੱਪ ਹੋ ਜਿੱਥੋਂ ਤੁਹਾਨੂੰ ਹਿੱਸਾ ਜਾਂਦਾ। ਇੱਦਾਂ ਤਾਂ ਹੁਣ ਮਸਲੇ ਬਹੁਤ ਨੇ, ਠੀਕ ਹੈ, ਵਿਸ਼ੇ ਬਹੁਤ ਨੇ ਜਿਹੜੇ ਹੈਗੇ ਆ ਵਿਚਾਰਨ ਵਾਲੇ ਨੇ, ਮਤਭੇਦ ਕਾਫੀ ਨੇ, ਠੀਕ ਹੈ। ਪਰ ਜਿਸ ਤਰੀਕੇ ਦੇ ਨਾਲ ਆਪਾਂ ਉੱਥੇ ਜਾ ਕੇ ਦਰਬਾਰ ਸਾਹਿਬ ਆਪਾਂ ਪ੍ਰਦਰਸ਼ਨ ਕਰਦੇ ਹਾਂ, ਉੱਥੇ ਜਾ ਕੇ ਮੰਜੀ ਸਾਹਿਬ ਮੋਰਚਾ ਲਾਇਆ ਸੀ ਸਿੰਘਾਂ ਨੇ, ਉਸ ਤੋਂ ਬਾਅਦ ਜਿਹੜਾ ਕਲੈਸ਼ ਹੋਇਆ ਦੋਨਾਂ ਧਿਰਾਂ ਦੇ ਵਿਚਾਲੇ, ਔਰ ਉਹਦੇ ਨਾਲ ਕਿਤੇ ਨਾ ਕਿਤੇ ਜਦੋਂ ਬਿਆਨਬਾਜ਼ੀ ਇੱਕ ਦੂਜੇ ਦੇ ਵਿਰੁੱਧ ਹੁੰਦੀ ਹੈ, ਕਿਤੇ ਨਾ ਕਿਤੇ ਕੌਮ ਦਾ ਜਲੂਸ ਤਾਂ ਨਿਕਲਦਾ ਹੈ ਨਾ। ਕਿਉਂਕਿ ਮੇਨ ਸਟ੍ਰੀਮ ਮੀਡੀਆ ਜਿਹੜਾ ਹੈ ਉਹ ਹਮੇਸ਼ਾ ਆਪਾਂ ਦੇਖਿਆ ਕਿ ਇੱਕ ਧਿਰ ਦੇ ਹੱਕ ਦੇ ਵਿੱਚ ਤੇ ਦੂਜੀ ਧਿਰ ਦੇ ਖਿਲਾਫ ਭੁਗਤਦਾ ਰਿਹਾ, ਤੇ ਉਹ ਚੀਜ਼ ਕੋਈ ਸਾਰਥਕ ਹੱਲ ਨਹੀਂ ਨਿਕਲ ਸਕਦਾ। ਨਹੀਂ ਦੇਖੋ, ਅਸੀਂ ਕਹਿੰਦੇ ਵੀ ਸਾਰਥਕ ਹੱਲ ਨਿਕਲਣਾ ਚਾਹੀਦਾ। ਜਦੋਂ ਤੁਸੀਂ ਕਿਸੇ ਦੇ ਨਾਲ ਬੈਠਣਾ ਹੀ ਨਹੀਂ ਹੈਗਾ, ਤੁਸੀਂ ਕਿਸੇ ਨੂੰ ਪੁੱਛਣਾ ਹੀ ਨਹੀਂ ਹੈਗਾ, ਤੇ ਤੁਹਾਨੂੰ ਤੇ ਉਹ ਚਾਹੀਦੇ ਨੇ ਵੀ ਜਿਹੜੇ ਉਹਨਾਂ ਦੀ ਤੁਹਾਨੂੰ ਬਾਬਿਆਂ ਦੀ ਜਿਹੜੇ ਸਮੈਕ ਵੇਚਣ, ਉਹਨਾਂ ਦੀ ਤੁਹਾਨੂੰ ਸਮੂਲੀਅਤ ਚਾਹੀਦੀ ਆ। ਤੁਸੀਂ ਉੱਥੇ ਤੋੜਿਆ ਜਦੋਂ ਇਹਨਾਂ ਨੇ ਕਾਰ ਸੇਵਾ ਵਾਲਿਆਂ ਨੇ ਤੋੜੀ ਉਹ ਤਰਨ ਸਾਹਿਬ ਦੀ ਡਿਊਟੀ, ਉਦੋਂ ਤੁਸੀਂ ਮੁੱਠੀ ਦੇ ਵਿੱਚ ਭੋਰ ਲਿਆ। ਤੇ ਹੁਣ ਜਦੋਂ ਅਸੀਂ ਕਹਿੰਦੇ ਵੀ ਮਾਂ ਪੁੱਤ ਦਾ ਰਿਸ਼ਤਾ ਆ, ਤੇ ਜਦੋਂ ਪੁੱਤ ਗੋਲੀਆਂ ਮਾਰ ਆਰਡਰ ਦੇ ਰਿਹਾ ਸੀਗਾ ਸਿੰਘਾਂ ਤੇ ਬੈਠਿਆਂ ਨੂੰ ਬਗਰਾੜੀ ਦੇ ਵਿੱਚ, ਤੇ ਉਦੋਂ ਮਾਂ ਕਿਉਂ ਨਹੀਂ ਬੋਲੀ ਵੀ ਦੂਸਰੇ ਪੁੱਤਾਂ ਦੇ ਕਿਉਂ ਗੋਲੀਆਂ ਮਾਰਦਾ ਬਈ? ਇਹ ਚੀਜ਼ਾਂ ਨੂੰ ਸਮਝਣਾ ਪੈਣਾ। ਇਹ ਦੁਨੀਆ ਜਾਗ ਚੁੱਕੀ ਆ, ਤੁਹਾਡਾ ਚੱਲਣਾ ਨਹੀਂ ਇਹ ਕੰਮ। ਤੁਸੀਂ ਬਿਆਨ ਆ ਜਿੰਨੇ ਮਰਜ਼ੀ ਦੇਈ ਚੱਲੋ, ਕਿਉਂਕਿ ਤੁਹਾਡੇ ਕੋਲ ਅਥਾਰਟੀ ਆ, ਠੀਕ ਆ। ਤੁਸੀਂ ਇਸ ਟਾਈਮ ਕਾਬਜ ਹੋ,
ਪਰ ਤੁਹਾਨੂੰ ਨਰੈਣੂ ਮਹੰਤ ਵਾਲਾ ਪਤਾ ਨਹੀਂ ਵੀ ਲਛਮਣ ਧਾਰੂ ਸਿੰਘ ਆਦੇ ਨਾ ਲਛਮਣ ਸਿੰਘ ਧਾਰੂਵਾਲ ਦੇ ਵਾਰਸ ਬੈਠੇ ਆ। ਜੇ ਉਹ ਮਤਲਬ ਵਜ੍ਹਾ ਤੇ ਕਿਤੇ ਚੁੱਪ ਆ, ਉਹ ਵੀ ਡੀਕਦੇ ਆ ਜਿੱਦਣ ਕਦੇ ਉਹਨਾਂ ਨੂੰ ਵਾਰਸ ਇੱਥੇ ਬਾਬੇ ਆਪਣੇ ਅਕਾਲੀ ਫੂਲਾ ਸਿੰਘ ਜੀ ਦਾ ਮਿਲ ਜਾਂਦਾ ਤੇ ਉਹ ਜ਼ਰੂਰ ਮਤਲਬ ਇਹ ਆਜ਼ਾਦ ਹੋਣਗੇ ਗੁਰਦੁਆਰੇ। ਤੇ ਸਾਡਾ ਜਿਹੜਾ ਇਹ ਨਿਘਾਰ ਆਇਆ ਹੋਇਆ ਇਹ ਵੀ ਬਹੁਤ ਹੁਣ ਦੋ ਤਰਫਾ ਆ। ਤੁਸੀਂ ਇੱਕ ਨੋਟ ਕਰਕੇ ਦੇਖੋ ਵੀ ਜੇ ਤੁਸੀਂ ਕੇਂਦਰ ਦੇ ਨਾਲ ਮਤਲਬ ਰੱਖਦੇ ਨਹੀਂ ਇਹ ਸਾਂਝ, ਤੇ ਫਿਰ ਤੁਸੀਂ ਨੰਗੇ ਚੱਟੇ ਹੋ ਕੇ ਕਿਉਂ ਨਹੀਂ ਖੜਦੇ ਕਿਸਾਨਾਂ ਦੇ ਨਾਲ? ਕਿਉਂ ਤੁਸੀਂ ਕਹਿੰਦੇ ਨਹੀਂ? ਤੁਸੀਂ ਬਿਆਨ ਹੀ ਦੇ ਰਹੇ ਹੋ ਨਾ ਸਿਰਫ। ਉਦੋਂ ਤੁਹਾਡੀ ਟਾਸਕ ਫੋਰਸ ਕਿੱਥੇ ਚਲੇ ਜਾਂਦੀ ਆ ਜਿਹੜੀ ਸਿੱਖਾਂ ਦੇ ਉੱਤੇ ਡਾਂਗਾ ਮਾਰਦੀ ਆ? ਤੇ ਇੱਕ ਤੁਸੀਂ ਜਿਹੜਾ ਕਹਿੰਦੇ ਵੀ ਮੀਡੀਆ ਦਾ ਹਰ ਟਾਈਮ ਹੀ ਮਤਲਬ ਵਿਕਾਊ ਆ। ਜਿਹੜਾ ਨੈਸ਼ਨਲ ਮੀਡੀਆ ਕਦੋਂ ਦਿਖਾਉਂਦਾ? ਹੁਣ ਨੈਸ਼ਨਲ ਮੀਡੀਆ ਨੇ ਕਦੋਂ ਦਿਖਾਇਆ ਜੀ ਵੀ ਇੱਥੇ ਟ੍ਰੇਨਾਂ ਤੇ ਧਰਨਿਆਂ ਤੇ ਬੈਠੇ ਆ ਸਿੱਖ? ਕਿੰਨਾ ਸਮਾਂ ਹੋ ਗਿਆ? ਨੈਸ਼ਨਲ ਮੀਡੀਆ ਦਿਖਾਉਂਦਾ ਕਿਤੇ? ਉਹ ਤਾਂ ਸੈਂਟਰ ਦੀ ਮਤਲਬ ਹੈਗੀ ਆ। ਹੁਣ ਤੱਕ ਤੁਸੀਂ ਉਹਨਾਂ ਨੂੰ ਭਾਈਵਾਲੀ ਰੱਖਿਆ, ਤੁਸੀਂ ਬੋਲੇ ਨਹੀਂ ਕਦੇ। ਸੋ ਬੇਨਤੀ ਆ PhD ਸਾਹਿਬ, ਜਿਹੜੇ ਮਸਲੇ ਕੌਮ ਦੇ ਹੈਗੇ ਉਹਨਾਂ ਨੂੰ ਸਵਾਰੋ। ਜੇ ਮਤਲਬ ਅਕਾਲੀ ਫੂਲਾ ਸਿੰਘ ਦਾ ਲੋਕਾਂ ਨੂੰ ਦੱਸਦੇ ਆ ਤਾਂ ਉਹਨਾਂ ਵਰਗੇ ਕੰਮ ਕਰਕੇ ਦਿਖਾਓ, ਨਿਰਣੇ ਲਓ। ਇਕੱਲਾ ਇਹ ਨਹੀਂ ਹੈਗਾ ਜੀ ਇਹ ਸੁਖਬੀਰ ਜਾਂ ਪ੍ਰਕਾਸ਼ ਚੰਦ ਬਾਦਲ ਇਹਨਾਂ ਵਾਸਤੇ ਹੀ ਮਤਲਬ ਬਣੀ ਹੋਈ ਆ ਤੇ ਉਹ ਰਹੇਗੀ। ਇਹ ਬਹੁਤ ਭੁਲੇਖਾ ਤੁਹਾਡੇ ਅੰਦਰੋਂ ਜਲਦੀ ਸਾਫ਼ ਹੋਣ ਵਾਲਾ ਹੈ। ਸੋ ਇਹ ਸਨ ਵਿਸਾਖਾ ਸਿੰਘ। ਬੇਸ਼ੱਕ ਦੀ ਉਹਨਾਂ ਦੇ ਮਤਭੇਦ ਨੇ, ਕਾਫੀ ਮਤਭੇਦ ਕੌਮ ਦੇ ਵਿੱਚ ਨੇ। ਕੌਮ ਦੇ ਕਈ ਨੌਜਵਾਨ ਜਿਹੜੇ ਹੈਗੇ ਆ ਸਵਾਲ ਚੁੱਕ ਰਹੇ ਨੇ ਔਰ ਉਹਨਾਂ ਨੇ ਜਿਹੜੀ ਬੀਤੇ ਦਿਨੀ ਸਪੀਚ ਦਿੱਤੀ ਆ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ। ਸਾਡਾ ਮਕਸਦ ਕੋਈ ਇਹ ਨਹੀਂ ਸੀਗਾ ਕਿ ਕਿਸੇ ਦੇ ਵਿਰੁੱਧ ਜਾਂ ਕਿਸੇ ਦੇ ਖਿਲਾਫ ਕੋਈ ਗੱਲਬਾਤ ਕਰਨੀ ਹੈ, ਪਰ ਇੱਕ ਜ਼ਰੂਰ ਹੈ ਕਿ ਕੌਮ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਵਿੱਚ ਮਤਭੇਦ ਹੋਣ ਜਾਂ ਕੋਈ ਇਸ ਤਰ੍ਹਾਂ ਦੇ ਮਸਲੇ ਹੋਣ, ਉਹਨਾਂ ਨੂੰ ਮਿਲ ਬੈਠ ਕੇ ਜਥੇਦਾਰ ਸਾਹਿਬ ਨੂੰ ਵੀ ਚਾਹੀਦਾ ਔਰ ਇਹਨਾਂ ਨੂੰ ਵੀ ਚਾਹੀਦਾ ਕਿ ਮਿਲ ਬੈਠ ਕੇ ਜਿਹੜੇ ਹੈਗੇ ਆ ਵਿਚਾਰ ਕੋਈ ਸਾਰਥਕ ਹੱਲ ਲੱਭਣ ਦੀ ਯਤਨ ਆ ਜਿਹੜੇ ਉਹ ਕੀਤੇ ਜਾਣ, ਤਾਂ ਕਿ ਜਿਹੜਾ ਕੌਮ ਦਾ ਜਿਹੜਾ ਇਸ ਤਰ੍ਹਾਂ ਦਾ ਜਲੂਸ ਨਿਕਲ ਰਿਹਾ ਹੈ, ਜਿਹੜਾ ਬਾਰ-ਬਾਰ ਮੇਨ ਸਟ੍ਰੀਮ ਮੀਡੀਆ ਹੈਗਾ ਉਹ ਬਦਨਾਮ ਕਰਦਾ ਹੈ ਕਿ ਸਿੱਖ ਆਪਸ ਵਿੱਚ ਲੜ ਪਏ ਆ ਜਾਂ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ, ਇੱਕ ਦੂਜੇ ਦੀਆਂ ਪੱਗਾਂ ਲਾਈਆਂ ਜਾਂ ਇੱਕ ਦੂਜੇ ਨੂੰ ਕੁੱਟਿਆ। ਇਹ ਜਿਹੜੀ ਨੈਸ਼ਨਲ ਮੀਡੀਆ ਤੇ ਔਰ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਗੱਲਾਂ ਜਾਂਦੀਆਂ ਨੇ, ਕਿਤੇ ਨਾ ਕਿਤੇ ਉਹਦੇ ਨਾਲ ਜਿਹੜੇ ਸਿੱਖ ਪੰਥ ਹੈ ਉਹਦੀ ਅਕਸ ਹੈ ਜਿਹੜਾ ਉਹਨੂੰ ਢਾਹ ਜ਼ਰੂਰ ਲੱਗਦੀ ਆ। ਕੈਮਰਾ ਪਰਸਨ ਜਸਵੀਰ ਹੇਰਾਂ ਦੇ ਨਾਲ ਸਨੀ ਸੁਜਾਪੁਰ STV ਪੰਜਾਬ ਲੁਧਿਆਣਾ।